ਸਤਨਾਮ। ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਉਠਾ ਸਰਬ ਥਾਈ ਮੇਹ, ਆਨੰਦ ਮੰਗਲ ਗਾਓ ਹਰ ਜਸ। ਪੂਰਨ ਪ੍ਰਗਟਿਓ ਨੇਹ, ਉਠਾ ਸਰਬ ਥਾਈ ਮੇਹ। ਆਨੰਦ ਮੰਗਲ ਗਾਓ ਹਰ ਜਸ। ਪੂਰਨ ਪ੍ਰਗਟਿਓ ਨੇਹ ਰਹਾਓ। ਚਾਰ ਕੁੰਟ ਦਹਿ ਦਿਸ ਜਲ ਨਿਧ, ਊਨ ਨਾ ਊਨ ਥਾਉ ਨਾ ਕੇਹ। ਕਿਰਪਾ ਨਿਧ ਗੋਵਿੰਦ ਪੂਰਨ, ਜੀ ਦਾਨ ਸਭ ਦੇਹ। ਸਤ ਸਤ ਹਰ ਸਤ ਸੁਆਮੀ, ਸਤ ਸਾਧ ਸੰਗੇਹ। ਸਤ ਤੇ ਜਨ ਜਿਨ ਜਿਨ ਪ੍ਰਤੀਤ ਉਪਜੇ, ਨਾਨਕ ਨਹਿ ਪਰਮੇਹ। ਸਤ ਸਤ ਹਰ ਸਤ ਸੁਆਮੀ, ਸਤ ਸਾਧ ਸੰਗੇਹ। ਸਤ ਤੇ ਜਨ ਜਿਨ ਪ੍ਰਤੀਤ ਉਪਜੀ, ਨਾਨਕ ਨਹਿ ਪਰਮੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਸਤਿਗੁਰੂ ਜੀ ਦੇ ਇਹ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਅਰਜਨ ਸਾਹਿਬ ਜੀ ਦਾ ਇਹ ਪਵਿੱਤਰ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1226 ਤੇ ਅੰਕਿਤ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਗੱਲ ਕਹਿ ਰਹੇ ਨੇ ਕਿ ਜਿਵੇਂ ਸਾਰੇ ਥਾਵਾਂ ਤੇ ਮੀਂਹ ਪੈਂਦਾ ਹੈ ਨਾ, ਇਵੇਂ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੇ ਅੰਦਰ ਇਵੇਂ ਵਾਹਿਗੁਰੂ ਜੀ ਦੀਆਂ ਰਹਿਮਤਾਂ ਦੀ ਵਰਖਾ ਹੁੰਦੀ ਹੈ। ਉਹ ਅੰਦਰੋਂ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਂਦਾ ਹੈ। ਮਨੁੱਖੀ ਸਮਾਜ ਅੰਦਰ ਰੱਬ ਨੂੰ ਮਿਲਣ ਦੇ ਲਈ, ਰੱਬ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਧਾਰਮਿਕ ਲੋਕਾਂ ਨੇ ਦੱਸੇ ਨੇ, ਮਨੁੱਖਤਾ ਨੇ ਅਪਣਾਏ ਨੇ। ਲੇਕਿਨ ਗੁਰਮਤਿ ਨੇ ਸਰਬੋਤਮ ਮਾਰਗ ਦਿੱਤਾ ਹੈ ਪਰਮਾਤਮਾ ਦੇ ਗੁਣ ਗਾਉਣੇ। ਗੁਰਬਾਣੀ ਕਹਿੰਦੀ ਆਪਾਂ ਧਰਤੀ ਤੇ ਆਏ ਪਰਮਾਤਮਾ ਦੇ ਗੁਣ ਗਾਉਣ ਲਈ ਆ। ਜਿਸ ਪਰਮਾਤਮਾ ਨੇ ਇੰਨੀ ਮਹਾਨ ਧਰਤੀ ਬਣਾ ਕੇ ਸਾਨੂੰ ਇੰਨੀ ਦੁਰਲੱਭ ਜ਼ਿੰਦਗੀ ਦਿੱਤੀ ਹੈ, ਇੰਨੇ ਮਹਾਨ ਪਦਾਰਥ ਸਾਨੂੰ ਦਿੱਤੇ ਨੇ, ਉਸ ਪਰਮਾਤਮਾ ਦੇ ਗੁਣ ਗਾਉਣਾ ਤੇ ਸਾਡਾ ਫਰਜ਼ ਹੈ ਨਾ। ਜੇ ਅਸੀਂ ਨਹੀਂ ਗਾਵਾਂਗੇ ਸਾਡੀ ਜ਼ਿੰਦਗੀ ਆਕਾਸ਼ ਚਲੀ ਜਾਏਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਪੜ੍ਹਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜੇ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਸਾਡਾ ਜਨਮ ਅਕਾਰਥ ਹੈ, ਬਿਰਥ ਹੈ। ਗੋਬਿੰਦ ਦੇ ਗੁਣ ਗਾਉਣ ਦੀ ਗੱਲ ਸਤਿਗੁਰੂ ਜੀ ਨੇ ਵਾਰ-ਵਾਰ ਬਾਣੀ 'ਚ ਕੀਤੀ ਹੈ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਆ, ਬਿਰਥਾ ਕਾਹੇ ਗਵਾਵੋ। ਸਾਹਿਬ ਕਹਿੰਦੇ ਕਿ ਇਹ ਮਨੁੱਖਾ ਜ਼ਿੰਦਗੀ ਅਮੋਲਕ ਹੈ, ਇਹਨੂੰ ਬਿਰਥਾ ਕਿਉਂ ਗਵਾਉਂਦੇ ਹੋ? ਪਰਮਾਤਮਾ ਦੇ ਗੁਣ ਗਾਓ। ਗੁਣ ਗਾਉਣ ਦਾ ਅਰਥ ਉਹਨੂੰ ਚੇਤੇ ਕਰਨਾ ਹੈ। ਗੁਣ ਗਾਉਣ ਦਾ ਅਰਥ ਕਿ ਉਹਨੂੰ ਚੇਤੇ ਕਰਦੇ ਹਾਂ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਹੈ। ਗੁਣ ਗਾਉਣ ਦਾ ਅਰਥ ਹੈ ਉਹਦੀ ਰਜਾ 'ਚ ਚੱਲਣਾ ਹੈ, ਉਹਦੇ ਭਾਣੇ 'ਚ ਚੱਲਣਾ ਹੈ।
ਗੁਣ ਗਾਉਣ ਦਾ ਅਰਥ ਹੈ ਕਿ ਉਹਨੂੰ ਚੇਤੇ ਕਰਦੇ ਹਾਂ ਜੋ ਉਹਦੇ ਗੁਣ ਸਾਡੀ ਜ਼ਿੰਦਗੀ 'ਚ ਆ ਗਏ, ਉਹਨਾਂ ਅਨੁਸਾਰ ਮਨੁੱਖਤਾ ਦਾ ਭਲਾ ਕਰਨਾ। ਜਦੋਂ ਅਸੀਂ ਪਾਵਨ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਧਰਤੀ ਵੀ ਪ੍ਰਮਾਤਮਾ ਦੇ ਗੁਣ ਗਾ ਰਹੀ ਹੈ, ਹਵਾ ਵੀ ਪ੍ਰਮਾਤਮਾ ਦੇ ਗੁਣ ਗਾ ਰਹੀ ਹੈ, ਅੱਗ ਵੀ ਪ੍ਰਮਾਤਮਾ ਦੇ ਗੁਣ ਗਾ ਰਹੀ, ਸਾਰੀ ਕਾਇਨਾਤ ਹੀ ਪ੍ਰਮਾਤਮਾ ਦੇ ਗੁਣ ਗਾ ਰਹੀ ਹੈ। ਹੁਣ ਧਰਤੀ ਕਿਵੇਂ ਗਾ ਰਹੀ ਹੈ? ਧਰਤੀ ਉਹਦੀ ਰਜਾ 'ਚ ਚੱਲ ਰਹੀ ਹੈ, ਧਰਤੀ ਪਰਉਪਕਾਰ ਕਰ ਰਹੀ ਹੈ। ਧਰਤੀ ਦਾ ਸੁਭਾਅ ਦੇਖੋ, ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ, ਸਾਰਿਆਂ ਨੂੰ ਆਸਰਾ ਦਿੰਦੀ ਹੈ ਧਰਤੀ। ਕੋਈ ਉਹਦੇ ਤੇ ਗੰਦ ਪਾਏ, ਕੋਈ ਉਹਦੇ ਤੇ ਚੰਗੇ ਕੰਮ ਕਰੇ, ਕੋਈ ਮਾੜੇ ਕਰੇ, ਉਹਨੂੰ ਕੋਈ ਪਰਵਾਹ ਨਹੀਂ ਇਸ ਚੀਜ਼ ਦੀ। ਇਹ ਹੈ ਉਹਦੇ ਗੁਣ ਗਾਉਣਾ। ਹਵਾ ਕਿਵੇਂ ਗੁਣ ਗਾ ਰਹੀ ਹੈ? ਹਰ ਮਨੁੱਖ ਨੂੰ ਬਰਾਬਰ ਦਾ ਉਹ ਸੁੱਖ ਦੇ ਰਹੀ ਹੈ, ਬਰਾਬਰਤਾ ਵਰਤ ਰਹੀ। ਇਹ ਹੈ ਰੱਬ ਦੇ ਗੁਣ ਗਾਉਣਾ। ਜਦੋਂ ਸਤਿਗੁਰੂ ਜੀ ਸਾਨੂੰ ਪ੍ਰਮਾਤਮਾ ਦੇ ਗੁਣ ਗਾਉਣ ਦੀ ਗੱਲ ਕਹਿੰਦੇ ਨੇ, ਉਹਦਾ ਅਰਥ ਹੈ ਕਿ ਸਰਬੱਤ ਦੇ ਭਲੇ ਦੀ ਗੱਲ ਕਰੋ, ਮਨੁੱਖਤਾ ਦੀ ਸੇਵਾ ਕਰੋ। ਉਹਦਾ ਅਰਥ ਇਹ ਹੈ ਕਿ ਜ਼ਿੰਦਗੀ ਦੇ ਅੰਦਰ ਦਇਆ, ਸੰਤੋਖ, ਧਰਮ, ਇਹ ਰੱਬੀ ਗੁਣ ਆਪਣੀ ਜ਼ਿੰਦਗੀ ਅੰਦਰ ਧਾਰਨ ਕਰੋ। ਇਹ ਹੈ ਰੱਬ ਦੇ ਗੁਣ ਗਾਉਣੇ। ਰੱਬ ਦੇ ਗੁਣ ਰਸਨਾ ਨਾਲ ਗਾਵਾਂਗੇ, ਰਸਨਾ ਨਾਲ ਗਾਉਂਦਿਆਂ ਗਾਉਂਦਿਆਂ ਉਹ ਗੁਣ ਸਾਡੇ 'ਚ ਸਮਾ ਜਾਣਗੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਪਵਿੱਤਰ ਬਚਨ ਹੈ, ਜਿੱਥੇ ਕਹਿੰਦੇ ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ, ਗੋਬਿੰਦ ਹਰੇ। ਗੁਣ ਗਾਵਤ ਗੁਣੀ ਸਮੌਲਾ, ਵੀ ਸਾਰੇ ਉਸ ਗੋਬਿੰਦ ਦੇ, ਹਰੀ ਦੇ ਗੁਣ ਗਾਓ, ਪ੍ਰਭੂ ਦੇ ਗੁਣ ਗਾਓ। ਜਿਗਿਆਸੂ ਪੁੱਛਦਾ ਹੈ ਕਿ ਗੁਣ ਗਾਵਾਂਗੇ ਕੀ ਹੋਏਗਾ? ਸਤਿਗੁਰੂ ਜੀ ਕਹਿੰਦੇ ਗੁਣ ਗਾਵਤ ਗੁਣੀ ਸਮੌਲਾ। ਜੇ ਤੁਸੀਂ ਪ੍ਰਮਾਤਮਾ ਦੇ ਗੁਣ ਗਾਓਗੇ, ਉਹ ਗੁਣ ਤੁਹਾਡੇ 'ਚ ਸਮਾ ਜਾਣਗੇ, ਤੁਸੀਂ ਗੁਣਾਂ 'ਚ ਲਿਵਲੀਨ ਹੋ ਜਾਓਗੇ, ਗੁਣ ਤੁਹਾਡੀ ਜ਼ਿੰਦਗੀ ਦੇ ਸੰਸਕਾਰ ਬਣ ਜਾਣਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੋਜ਼ ਪ੍ਰਮਾਤਮਾ ਦੇ ਗੁਣ ਗਾਇਆ ਕਰੋ, ਰੋਜ਼ ਪ੍ਰਮਾਤਮਾ ਦੀ ਕੀਰਤੀ ਕਰਿਆ ਕਰੋ। ਜਦੋਂ ਵੀ ਗਾਉਣੇ ਨੇ, ਸਤਿਗੁਰੂ ਜੀ ਕਹਿੰਦੇ ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਓ। ਮਨ ਵਿੱਚ ਭਾਵਨਾ ਲੈ ਕੇ ਪ੍ਰਮਾਤਮਾ ਦੇ ਗੁਣ ਗਾਉਣੇ ਨੇ। ਜੋ ਵੀ ਕੰਮ ਅਸੀਂ ਬੱਧੇ ਰੁੱਧੇ ਕਰਦੇ ਹਾਂ, ਮਨ ਨਹੀਂ ਮੰਨਦਾ, ਲੇਕਿਨ ਦੇਖਾ ਦੇਖੀ ਕਰਦੇ ਹਾਂ, ਕੁਝ ਐਵੇਂ ਲੋਕ ਲਾਜ ਨੂੰ ਕਰਦੇ ਹਾਂ, ਉਹ ਕੰਮ ਦਾ ਕੋਈ ਲਾਭ ਨਹੀਂ ਹੈ। ਧਰਮ ਦੀ ਦੁਨੀਆ 'ਚ ਬਹੁਤ ਲੋਕ ਨੇ ਜਿਹੜੇ ਧਾਰਮਿਕ ਕੰਮ ਕਰਦੇ ਨੇ, ਮੁਬਾਰਕ ਹੈ ਭਾਈ। ਬਹੁਤ ਜਿਹੜੇ ਧਰਮ ਗ੍ਰੰਥ ਪੜ੍ਹਦੇ ਨੇ, ਧਰਮ ਸਥਾਨਾਂ ਤੇ ਬੈਠੇ ਨੇ, ਹੋਰ ਅਨੇਕ ਤਰ੍ਹਾਂ ਦੇ ਧਰਮ ਕਰਮ ਕਰਦੇ ਨੇ। ਪਰ ਬਹੁਤ ਲੋਕ ਉਹ ਨੇ ਜਿਹੜੇ ਬੱਧੇ ਰੁੱਧੇ ਕੰਮ ਕਰਦੇ ਨੇ, ਦਿਲੀ ਚਾਹ ਨਹੀਂ ਹੈ, ਨਾ ਗਿਆਨ ਹੀ ਉਹਨਾਂ ਨੂੰ, ਰੱਬ ਬਾਰੇ ਗਿਆਨ ਹੀ ਨਹੀਂ ਹੈ ਮਨੁੱਖਤਾ ਨੂੰ। ਇਹੀ ਕਾਰਨ ਹੈ ਨਾ ਕਿ ਮਨੁੱਖ ਨੂੰ ਜਿੱਧਰ ਮਰਜ਼ੀ ਭਰਮਾ ਲੈਂਦੇ ਨੇ ਅਖੌਤੀ ਧਾਰਮਿਕ ਆਗੂ। ਕੋਈ ਕਹਿੰਦਾ ਪਾਣੀ 'ਚ ਚੀਜ਼ਾਂ ਸੁੱਟ ਦੇ, ਰੱਬ ਮਿਲ ਜਾਏਗਾ, ਤੈਨੂੰ ਸੁੱਖ ਮਿਲ ਜਾਏਗਾ। ਉਹ ਕਹਿੰਦਾ ਇੱਥੇ ਆ ਸੁੱਟ ਦੇ, ਇਹ ਕਰਦੇ, ਦਾਨ ਕਰਦੇ, ਪੁੰਨ ਕਰਦੇ। ਧਰਮ ਦੇ ਨਾਂ ਤੇ ਮਨੁੱਖ ਦੇ ਗੁੰਮਰਾਹ ਹੋਣ ਦਾ ਕਾਰਨ ਹੈ ਮਨੁੱਖ ਨੂੰ ਰੱਬ ਦਾ, ਮਨੁੱਖ ਨੂੰ ਧਰਮ ਦਾ ਗਿਆਨ ਨਹੀਂ ਹੈ। ਤੇ ਗੁਰਬਾਣੀ ਕਹਿੰਦੀ ਕਿ ਪ੍ਰਮਾਤਮਾ ਦੇ ਸਿਰਫ ਗੁਣ ਗਾਓ, ਕਿਤੇ ਜਾਣ ਦੀ ਲੋੜ ਨਹੀਂ। ਪ੍ਰਮਾਤਮਾ ਦੀ ਕੀਰਤੀ ਕਰੋ। ਜਿਉਂ-ਜਿਉਂ ਪ੍ਰਮਾਤਮਾ ਦੀ ਕੀਰਤੀ ਕਰੋਗੇ, ਉਹ ਗੁਣ ਤੁਹਾਡੇ 'ਚ ਹੀ ਵਸਦੇ ਜਾਣਗੇ, ਤੁਸੀਂ ਪ੍ਰਮਾਤਮਾ ਬਣਦੇ ਜਾਓਗੇ। ਗੁਰੂ ਕੇ ਬਚਨ ਸੁਖਮਨੀ ਸਾਹਿਬ ਜੀ ਪੜ੍ਹਦੇ ਕਿ ਗੁਣ ਗਾਵਤ ਤੇਰੀ ਉਤਰ ਸਮੈਲ। ਬੰਦਿਆ ਜੇ ਤੂੰ ਗੁਣ ਗਾਏਗਾ ਨਾ, ਤੇਰੇ ਅੰਦਰੋਂ ਮੈਲ ਹੀ ਮਿਟ ਜਾਏਗੀ। ਮੈਲ ਦਾ ਅਰਥ ਕੀ? ਸਾਡੇ ਅੰਦਰ ਜੋ ਬੇਈਮਾਨੀ ਹੈ, ਸਾਡੇ ਅੰਦਰ ਜਿਹੜੇ ਹੋਰ ਅਨੇਕਾਂ ਔਗਣ ਨੇ, ਉਹ ਮਿਟ ਜਾਣਗੇ। ਮੈਲ ਇਹ ਹੈ ਸਾਡੇ ਅੰਦਰ, ਅਗਿਆਨਤਾ ਦੀ ਮੈਲ ਹੈ, ਅੰਧ ਵਿਸ਼ਵਾਸ ਦੀ ਮੈਲ ਹੈ। ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਵਾਂਗੇ, ਸਾਡੇ ਅੰਦਰੋਂ ਉਹ ਮੈਲ ਮਿਟ ਜਾਏਗੀ, ਅਗਿਆਨਤਾ ਮਿਟ ਜਾਏਗੀ। ਗੁਰੂ ਗ੍ਰੰਥ ਸਾਹਿਬ ਜੀ ਨੇ ਵਾਰ-ਵਾਰ ਸਾਨੂੰ ਪ੍ਰਮਾਤਮਾ ਦੇ ਗੁਣ ਗਾਉਣ ਦੀ ਗੱਲ ਕਹੀ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਸਾਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਗੁਣ ਗਾਵਾਂਗੇ, ਗੁਣ ਗਾਉਂਦਿਆਂ ਗਾਉਂਦਿਆਂ ਸਾਡੇ ਮਨ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਜਾਏਗਾ। ਦੇਖੋ ਜਿੰਨੇ ਵੀ ਧਰਮ ਕਰਮ ਕਰਦੇ ਨਾ ਪ੍ਰਾਣੀ, ਉਹਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ। ਜ਼ਿਆਦਾਤਰ ਆਪਾਂ ਦੇਖਦੇ ਹਾਂ ਗੱਲ ਸ਼ੁਰੂ ਪਿਆਰ ਤੋਂ ਹੁੰਦੀ ਹੈ, ਸ਼ਰਧਾ ਤੋਂ ਹੁੰਦੀ ਹੈ, ਲੇਕਿਨ ਉਦੋਂ ਬਾਅਦ ਹੰਕਾਰ ਆ ਜਾਂਦਾ ਹੈ। ਜਪ ਤਪ ਕਰਨ ਵਾਲਿਆਂ ਨੂੰ ਹੰਕਾਰ ਹੈ, ਪਾਠ ਪੂਜਾ ਕਰਨ ਵਾਲਿਆਂ ਨੂੰ ਹੰਕਾਰ ਹੈ। ਕਾਰਨ ਕੀ ਹੈ ਕਿ ਬਹੁਤਾਤ ਉਹਨਾਂ ਲੋਕਾਂ ਦੀ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਨੇ। ਧਰਮ ਸਥਾਨਾਂ ਤੇ ਭੀੜਾਂ ਲੱਗਦੀਆਂ ਨੇ, ਵੱਡੇ ਵੱਡੇ ਧਰਮ ਦੇ ਨਾਂ ਤੇ ਇਕੱਠ ਹੁੰਦੇ ਨੇ। ਕਿਸੇ ਵੀ ਘਰ, ਕਿਸੇ ਸਮਾਜ ਦੇਖ ਲਓ, ਧਰਮ ਦੀ ਬੜੀ ਚਰਚਾ ਹੈ। ਜੇ ਇੰਨੇ ਲੋਕ ਧਰਮ ਨਾਲ ਜੁੜੇ ਨੇ ਤੇ ਸਾਡੇ ਸਮਾਜ ਵਿੱਚ ਅਮਨ ਅਮਾਨ ਕਿਉਂ ਨਹੀਂ ਹੁੰਦਾ? ਸਾਨੂੰ ਧਰਮ ਦੇ ਨਾਂ ਤੇ ਬਹੁਤਾ ਕਿਉਂ ਖਤਰਾ ਕਿ ਧਰਮ ਦੇ ਨਾਂ ਤੇ ਦੰਗੇ ਹੋ ਜਾਣਗੇ? ਉਹਦਾ ਕਾਰਨ ਕਿ ਉਹ ਧਰਮ ਹੈ ਹੀ ਨਹੀਂ ਹੈ।
ਦੇਖਾ ਦੇਖੀ ਕੁਝ ਲੋਕ ਕਰ ਰਹੇ ਨੇ, ਕੁਝ ਆਪਣੀ ਲੋੜ ਲਈ ਕਰ ਰਹੇ ਨੇ, ਕੁਝ ਡਰਦਿਆਂ ਕਰ ਰਹੇ ਨੇ, ਕੁਝ ਲੋਭ ਲਈ ਕਰ ਰਹੇ ਨੇ। ਜੋ ਦੇਖਾ ਦੇਖੀ ਕੀਤਾ ਜਾਏ ਉਹ ਵੀ ਧਰਮ ਨਹੀਂ ਹੁੰਦਾ, ਜੋ ਲੋਭ ਲਈ ਕੀਤਾ ਜਾਏ ਭਾਵੇਂ ਵਧੀਆ ਹੋਏ ਉਹ ਵੀ ਧਰਮ ਨਹੀਂ ਹੁੰਦਾ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਜਾਨ ਲੱਭ ਤਾਂ ਨੇਹੋ, ਕਿਆ ਲੱਭ ਤਾਂ ਕੂੜਾ ਨੇਹੋ। ਇਹ ਤੇ ਕੂੜੀਆਂ ਗੱਲਾਂ ਨੇ। ਜੇ ਬੱਦੇ ਰੁੱਦੇ ਕਰੀਏ ਤੇ ਉਹ ਵੀ ਧਰਮ ਨਹੀਂ ਹੈ। ਗੁਰਬਾਣੀ ਕਹਿੰਦੀ ਬੱਦਿਆਂ ਰੁੱਤਿਆਂ ਕੀਤਾ ਹੋਇਆ ਕੋਈ ਵੀ ਕੰਮ ਜਿਹੜਾ ਹੈ ਉਹ ਨਾ ਸਾਡਾ ਕੁਝ ਸਵਾਰ ਸਕਦਾ ਹੈ ਤੇ ਨਾ ਅਸੀਂ ਦੂਸਰੇ ਦਾ ਕੁਝ ਸਵਾਰ ਸਕਦੇ ਹਾਂ। ਧਰਮ ਤੇ ਹੈ ਹੀ ਆਪਣੇ ਆਪ ਨੂੰ ਸਵਾਰਨਾ ਤੇ ਸਮਾਜ ਨੂੰ ਸਵਾਰਨਾ ਹੈ। ਇਸ ਕਰਕੇ ਧਰਮ ਉਹ ਹੈ ਜੋ ਚਾਹ ਨਾਲ ਕੀਤਾ ਜਾਏ। ਚਾਹ ਕਦੋਂ ਪੈਦਾ ਹੁੰਦਾ ਹੈ? ਜਿੰਨੇ ਜਪ ਕਰ ਲੋਗੇ, ਤਪ ਕਰ ਲੋਗੇ, ਹੋਰ ਪਾਠ ਪੂਜਾ ਕਰ ਲੋਗੇ। ਸਤਿਗੁਰੂ ਜੀ ਨੇ ਗੁਰਬਾਣੀ 'ਚ ਦੇਖੋ ਬਚਨ ਕਹੇ ਨੇ ਬੜੇ ਵਿਸਤਾਰ ਦੇ ਨਾਲ, ਜਿੰਨੇ ਕੰਮ ਲੋਕ ਕਰਦੇ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਸਗੋਂ ਬੰਦਾ ਤੇ ਹੰਕਾਰ ਵਿੱਚ ਹੋਰ ਵੱਜ ਗਿਆ। ਪਾਠ ਤਾਂ ਕਰਨਾ ਸੀ, ਹੰਕਾਰ ਮਿਟੇ, ਲੇਕਿਨ ਪਾਠ ਕਰਨ ਦਾ ਹੰਕਾਰ ਆ ਗਿਆ ਮੇਰੇ ਵਰਗੇ ਨੂੰ। ਕੋਈ ਜੋਗੀਆਂ ਵਾਲੇ ਸਾਧਨ ਕਰਦਾ ਹੈ, ਕੋਈ ਹੋਰ ਅਨੇਕ ਤਰ੍ਹਾਂ ਦੇ ਜਪ ਤਪ ਕਰਦਾ ਹੈ, ਕੋਈ ਜੰਗਲਾਂ 'ਚ ਜਾਂਦਾ ਹੈ, ਕੋਈ ਤੀਰਥਾਂ ਤੇ ਜਾਂਦਾ ਹੈ। ਬਹੁਤ ਕੁਝ ਹੁੰਦਾ ਹੈ ਧਰਮ ਦੀ ਦੁਨੀਆ 'ਚ। ਸਤਿਗੁਰੂ ਜੀ ਕਹਿੰਦੇ ਇਨ ਵਿਦ ਮਿਲ ਨਾ ਜਾਈ। ਇਹਨਾਂ ਤਰੀਕਿਆਂ ਦੇ ਨਾਲ ਤੁਹਾਡੀ ਪਰਮਾਤਮਾ ਨਾਲ ਸਾਂਝ ਨਹੀਂ ਬਣਨੀ। ਜਿੰਨੇ ਮਰਜ਼ੀ ਕਰਮ ਕਰਕੇ ਦੇਖ ਲਓ, ਉਹ ਸਾਂਝ ਬਣਨੀ ਸੀ ਵਿਵੇਕ ਮਤ ਨਾਲ। ਵਿਵੇਕ ਮਤ ਪੈਦਾ ਹੋਣੀ ਸੀ ਪਰਮਾਤਮਾ ਦੇ ਗੁਣ ਗਾਇਆ। ਹਰ ਕੀਰਤ, ਹਰ ਕੀਰਤ ਦਾ ਅਰਥ ਰੱਬ ਦੀ ਕੀਰਤੀ ਕਰਨੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਪਰਮਾਤਮਾ ਦੀ ਕੀਰਤੀ ਕਰਨੀ, ਸਤ ਸੰਗਤ ਨਾਲ ਪਿਆਰ ਪਾਉਣਾ, ਇਹ ਸਾਰੇ ਕਰਮਾਂ ਤੋਂ ਮਹਾਨ ਕਰਮ ਹੈ, ਪਰ ਮਿਲਦਾ ਭਾਗਾਂ ਵਾਲਿਆਂ ਨੂੰ ਹੈ। ਇਸ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਉਸ ਪਰਮਾਤਮਾ ਦੀ ਮਿਹਰ ਨੂੰ ਪ੍ਰਾਪਤ ਕਰਨ ਦੀ ਜੁਗਤ ਦਰਸਾਉਂਦੇ ਹਨ। ਪਰਮਾਤਮਾ ਦੇ ਗੁਣ ਗਾਓ। ਜਿਹੜੇ ਗਾਉਂਦੇ ਨੇ ਉਹ ਕਿੰਨੇ ਮਹਾਨ ਬਣ ਜਾਂਦੇ ਨੇ। ਉਹਨਾਂ ਨੂੰ ਜ਼ਿੰਦਗੀ ਅੰਦਰ ਕੀ ਸੁੱਖ ਮਿਲਦਾ ਹੈ। ਜੋ ਬਖਸ਼ਿਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ, ਆਓ ਮਿਲ ਕੇ ਆਪਾਂ ਗੁਰੂ ਕੇ ਬਚਨਾਂ ਨੂੰ ਵਿਚਾਰੀਏ। ਗੁਰੂ ਚਰਨਾਂ ਦਾ ਧਿਆਨ ਧਰਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਵੂਠਾ ਸਰਬ ਥਾਈ ਮੇਹ। ਮੇਹ ਕਹਿੰਦੇ ਨੇ ਮੀਂਹ ਨੂੰ। ਵੂਠਾ ਦਾ ਅਰਥ ਹੁੰਦਾ ਵਰਨਾ। ਜਿਵੇਂ ਆਪਾਂ ਕਹਿੰਦੇ ਮੀਂਹ ਵਰਿਆ ਹੈ, ਵਰਖਾ ਹੋਈ ਹੈ। ਜਿਵੇਂ ਮੀਂਹ ਸਾਰੇ ਥਾਵਾਂ ਤੇ ਪੈਂਦਾ ਹੈ, ਜਦੋਂ ਡਿੱਗਦਾ ਹੈ ਬੂੰਦ ਬੂੰਦ ਜਿਹੜੀ ਹੈ ਆਸੇ ਪਾਸੇ ਸਾਰੇ ਇੱਕੋ ਜਿਹੀ ਡਿੱਗਦੀ ਹੈ। ਸਤਿਗੁਰੂ ਜੀ ਕਹਿੰਦੇ ਬਿਲਕੁਲ ਇੱਦਾਂ। ਆਨੰਦ ਮੰਗਲ ਗਾਓ ਹਰ ਜਸ, ਪੂਰਨ ਪ੍ਰਗਟਿਓ ਨੇਹੋ। ਜੇ ਪ੍ਰਮਾਤਮਾ ਦਾ ਜਸ ਗਾਓਗੇ, ਗਾਓ ਹਰ ਜਸ, ਹਰੀ ਦਾ ਜਸ ਗਾਓਗੇ, ਤੇ ਜਿਵੇਂ ਬਾਹਰ ਵਰਖਾ ਹੁੰਦੀ ਹੈ ਨਾ, ਜਦੋਂ ਵਰਖਾ ਹੁੰਦੀ ਹੈ ਭਾਵੇਂ ਬੂਟੇ ਉੱਚੇ ਨੇ, ਭਾਵੇਂ ਨੀਵੇਂ ਨੇ, ਛੋਟੇ ਨੇ, ਵੱਡੇ ਨੇ, ਸਾਰਿਆਂ ਦੇ ਪੱਤੇ ਧੁੱਪ ਜਾਂਦੇ, ਸਾਰਿਆਂ ਦੇ ਉੱਪਰ ਵਰਖਾ ਦਾ ਅਸਰ ਪੈਂਦਾ, ਸਾਰਿਆਂ ਨੂੰ ਪਾਣੀ ਮਿਲਦਾ। ਜੇ ਪ੍ਰਮਾਤਮਾ ਦੇ ਗੁਣ ਗਾਵਾਂਗੇ, ਇੱਦਾਂ ਸਾਡੇ ਅੰਦਰ ਆਨੰਦ ਮੰਗਲ ਪੈਦਾ ਹੋਏਗਾ। ਜਿਵੇਂ ਬਾਹਰ ਮੀਂਹ ਪੈਂਦਾ ਹੈ, ਹਰਿਆਵਲ ਹੁੰਦੀ ਹੈ, ਤਿਵੇਂ ਸਾਡੇ ਅੰਦਰ ਵੀ ਵਾਹਿਗੁਰੂ ਜੀ ਦੀ ਮਿਹਰ ਦੀ ਵਰਖਾ ਹੋਏਗੀ। ਜਿਉਂ-ਜਿਉਂ ਪ੍ਰਮਾਤਮਾ ਦਾ ਜਸ ਕਰਾਂਗੇ, ਪ੍ਰਮਾਤਮਾ ਦੀ ਕੀਰਤੀ ਕਰਾਂਗੇ। ਗੁਰਬਾਣੀ ਕਹਿੰਦੀ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ। ਉਹ ਬੰਦਿਆ ਉਸ ਵਾਹਿਗੁਰੂ ਜੀ ਦੀ ਉਸਤਤ ਕਰਿਆ ਕਰ, ਉਹਦੀ ਕੀਰਤੀ ਕਰਿਆ ਕਰ, ਉਹਦੀ ਸਿਫਤ ਸਲਾਹ ਕਰਿਆ ਕਰ। ਜਿਉਂ-ਜਿਉਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਾਂਗੇ, ਗੁਣ ਗਾਵਾਂਗੇ। ਦੇਖੋ, ਜਿਹਨੂੰ ਵਾਹਿਗੁਰੂ ਜੀ ਨੇ ਇਹ ਦਾਤ ਦਿੱਤੀ, ਉਹ ਸਭ ਤੋਂ ਮਹਾਨ ਵਿਅਕਤੀ ਇਸ ਧਰਤੀ ਤੇ, ਸਭ ਤੋਂ ਮਹਾਨ। ਦੁਨੀਆ ਤਾਂ ਮਹਾਨ ਬਣਨ ਦੇ ਲਈ ਕੋਈ ਸੋਚਦਾ ਰਾਜ ਭਾਗ ਮਿਲ ਜਾਏ, ਤੇ ਰਾਜ ਭਾਗ ਪ੍ਰਾਪਤ ਕਰਨ ਦੇ ਲਈ ਕਿੰਨਾ ਸੰਘਰਸ਼ ਕਰਦਾ ਹੈ ਬੰਦਾ। ਜ਼ਿੰਦਗੀਆਂ ਲਗਾ ਦਿੰਦੇ ਨੇ ਲੋਕ, ਜ਼ਿੰਦਗੀਆਂ ਹੀ ਨਹੀਂ ਲਗਾਉਂਦੇ। ਕਿੰਨੀ ਕਤਲੋ ਗਾਰਤ ਹੁੰਦੀ ਹੈ, ਕਿੰਨਾ ਖੂੰਖਾਰ ਖਰਾਬਾ ਹੁੰਦਾ ਹੈ, ਬਹੁਤ ਕੁਝ ਕਰਦੇ ਨੇ ਲੋਕ ਰਾਜ ਭਾਗ ਲੈਣ ਦੇ ਲਈ, ਲੇਕਿਨ ਜ਼ਿੰਦਗੀ 'ਚ ਆਨੰਦ ਨਹੀਂ ਮਿਲਦਾ। ਉਹ ਲੋਕ ਭਾਵੇਂ ਜਿੰਨੇ ਮਰਜ਼ੀ ਯਤਨ ਕਰਕੇ ਰਾਜ ਭਾਗ ਲੈ ਵੀ ਲੈਣ, ਪਰ ਉਹ ਜ਼ਰੂਰੀ ਨਹੀਂ ਕਿ ਜ਼ਿੰਦਗੀ ਦਾ ਆਨੰਦ ਮਾਣ ਸਕਣ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਵਾਂਗੇ, ਪ੍ਰਮਾਤਮਾ ਦੇ ਗੁਣ ਗਾਉਣ ਵਾਲਾ ਤੇ ਇੰਨਾ ਮਹਾਨ ਬਣ ਜਾਂਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ, ਜਿਹੜਾ ਪ੍ਰਮਾਤਮਾ ਦਾ ਜਸ ਕਰਦਾ ਹੈ, ਪ੍ਰਮਾਤਮਾ ਦੀ ਕੀਰਤੀ ਕਰਦਾ ਹੈ। ਦੁਨਿਆਵੀ ਤੌਰ ਤੇ ਆ ਜਿਹੜੇ ਦੁਨਿਆਵੀ ਹਾਕਮ ਹੁੰਦੇ ਨੇ,
ਰਾਜੇ ਮਹਾਰਾਜੇ ਹੁੰਦੇ ਨੇ, ਉਹਨਾਂ ਦੀ ਜਿਹੜੇ ਕੀਰਤੀ ਨਹੀਂ ਕਰਦੇ, ਜਸ ਕਰਦੇ ਨੇ, ਦੇਖੋ ਉਹਨਾਂ ਤੇ ਖੁਸ਼ ਹੁੰਦੇ ਨੇ, ਉਹਨੂੰ ਕਿੰਨੇ ਇਨਾਮ ਦਿੰਦੇ ਨੇ। ਇਹ ਤਾਂ ਦੁਨਿਆਵੀ ਲੋਕਾਂ ਦੀ ਗੱਲ ਹੈ। ਤੇ ਜੇ ਪਰਮਾਤਮਾ ਦੀ ਕੀਰਤੀ ਕਰਾਂਗੇ, ਪਰਮਾਤਮਾ ਨਾਰਾਜ਼ ਹੋਏਗਾ ਸਾਡੇ ਨਾਲ, ਪਰਮਾਤਮਾ ਪ੍ਰਸੰਨ ਨਹੀਂ ਹੋਵੇਗਾ। ਬਾਹਰਲੇ ਲੋਕੀ ਤੇ ਸਿਰਫ ਇਵੇਂ ਕਹਿ ਲਓ ਕਿ ਖੁਸ਼ਾਮਦ ਕਰਦੇ ਨੇ ਜਾਂ ਆਪਣੇ ਲੱਭ ਲੋਭ ਲਈ ਇਹ ਸਭ ਕੁਝ ਕਰਦੇ ਨੇ, ਪਰ ਪਰਮਾਤਮਾ ਦੇ ਗੁਣ ਗਾਉਣਾ ਖੁਸ਼ਾਮਦ ਨਹੀਂ ਹੈ। ਪਰਮਾਤਮਾ ਦੇ ਗੁਣ ਗਾਉਣਾ ਸਾਡੀ ਜ਼ਿੰਦਗੀ ਦੀ ਲੋੜ ਹੈ। ਬਾਹਰਲੇ ਲੋਕ ਜਿਹੜੇ ਖੁਸ਼ਾਮਦ ਕਰਦੇ ਨੇ, ਉਹ ਖੁਸ਼ਾਮਦ ਕਰਕੇ ਜਿਹਦੀ ਖੁਸ਼ਾਮਦ ਕਰਦੇ ਉਹਦੇ ਵਰਗੇ ਨਹੀਂ ਬਣ ਜਾਂਦੇ, ਸਾਰੀ ਜ਼ਿੰਦਗੀ ਮੰਗਤੇ ਹੀ ਰਹਿੰਦੇ ਨੇ, ਉਹਦੇ ਵਰਗੇ ਨਹੀਂ ਬਣ ਜਾਂਦੇ। ਲੇਕਿਨ ਪਰਮਾਤਮਾ ਦੇ ਗੁਣ ਗਾਵਾਂਗੇ, ਪਰਮਾਤਮਾ ਦੇ ਗੁਣ ਗਾਉਣ ਵਾਲਾ ਪਰਮਾਤਮਾ ਹੀ ਬਣ ਜਾਂਦਾ ਹੈ, ਰੱਬ ਵਰਗਾ ਬਣ ਜਾਂਦਾ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਹੈ, ਜੇ ਗੁਣ ਗਾਉਣੇ ਪਰਮਾਤਮਾ ਦੀ ਗਾਓ, ਹੋਰ ਕਿਹਦੇ ਗਾਣੇ ਗਾਉਣੇ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਕਰਨੀ ਪਰਮਾਤਮਾ ਨੂੰ ਕਰੋ, ਗੁਣ ਗਾਉਣੇ ਪਰਮਾਤਮਾ ਦੇ ਗੁਣ ਗਾਓ। ਜੇ ਪਰਮਾਤਮਾ ਦੇ ਗੁਣ ਗਾਓਗੇ, ਸਤਿਗੁਰੂ ਜੀ ਕਹਿੰਦੇ ਜੋ ਮਿਲੇਗਾ ਨਾ ਉਹਦਾ ਅੰਦਾਜ਼ਾ ਹੀ ਨਹੀਂ ਹੈ। ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣਾ, ਬੇਅੰਤ ਆਨੰਦ ਮਿਲੇਗਾ ਪਰਮਾਤਮਾ ਦੇ ਗੁਣ ਗਾਇਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰਮਾਤਮਾ ਦੇ ਗੁਣ ਗਾਓਗੇ, ਪਰਮਾਤਮਾ ਸਦਾ ਹੀ ਤੁਹਾਡਾ ਸੰਗੀ ਸਾਥੀ ਹੈ, ਤੁਹਾਡਾ ਸਾਥ ਦੇਣ ਵਾਲਾ ਹੈ। ਗੁਰੂ ਕੇ ਬਚਨ ਹਰ ਜਸ ਰੇ ਮਨਾ ਗਾਏ ਲਿਓ, ਜੋ ਸੰਗੀ ਹੈ ਤੇਰੋ। ਉਹ ਪਰਮਾਤਮਾ ਤੇਰਾ ਸੰਗੀ, ਉਹਦੇ ਗੁਣ ਗਾ। ਦੁਨਿਆਵੀ ਤੌਰ ਤੇ ਜਿਹਦੇ ਮਰਜ਼ੀ ਅਸੀਂ ਗੁਣ ਗਾਈ ਜਾਈਏ, ਕੋਈ ਸਾਡਾ ਸੰਗੀ ਸਾਥੀ ਨਹੀਂ ਬਣਦਾ, ਕੋਈ ਹਮੇਸ਼ਾ ਸਾਡੇ ਨਾਲ ਨਹੀਂ ਨਿਭਦਾ। ਲੇਕਿਨ ਪਰਮਾਤਮਾ ਹਮੇਸ਼ਾ ਸਾਡਾ ਸਾਥੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਗਾਏ, ਜਿਵੇਂ ਸਾਰੇ ਥਾਵਾਂ ਤੇ ਮੀਂਹ ਨਹੀਂ ਪੈਂਦਾ, ਬਿਲਕੁਲ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦੀ ਮਿਹਰ ਦੀ ਵਰਖਾ ਹੋ ਜਾਂਦੀ ਹੈ। ਫਿਰ ਕੀ ਹੁੰਦਾ ਹੈ? ਪੂਰਨ ਪ੍ਰਗਟਿਓ ਨੇਹ ਨੇਹ ਮਹਿਣਾ ਪਿਆਰ। ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਗਾਏ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪ੍ਰਗਟ ਹੋ ਗਿਆ। ਉਹਨਾਂ ਦੇ ਅੰਦਰ ਦੇਖੋ, ਪਹਿਲਾਂ ਗੁਣ ਆਪਾਂ ਰਸਨਾ ਨਾਲ ਗਾਉਣੇ ਨੇ। ਰਸਨਾ ਨਾਲ ਵਾਹਿਗੁਰੂ ਜੀ ਦੀ ਕੀਰਤੀ ਕਰਦਿਆਂ ਕਰਦਿਆਂ ਸਾਡੇ ਅੰਦਰ ਪਿਆਰ ਪੈਦਾ ਹੋਏਗਾ। ਉਹ ਜੋ ਕੁਝ ਅਸੀਂ ਮੁਖ ਤੋਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਉਹ ਗਾਉਂਦਿਆਂ ਗਾਉਂਦਿਆਂ ਉਹ ਗੁਣ ਸਾਡੀ ਜ਼ਿੰਦਗੀ ਦੇ ਅੰਦਰ ਰਸ ਜਾਣਗੇ, ਉਹ ਸਾਡੇ ਜੀਵਨ ਦਾ ਅੰਗ ਬਣ ਜਾਣਗੇ, ਉਹ ਸਾਡੇ ਸੰਸਕਾਰ ਬਣ ਜਾਣਗੇ। ਫਿਰ ਅਸੀਂ ਮੁਖ ਤੋਂ ਗਾਉਂਦੇ ਜਾਂ ਨਹੀਂ ਗਾਉਂਦੇ ਉਹ ਗੱਲ ਨਹੀਂ ਹੈ। ਹੱਥਾਂ ਨਾਲ ਵੀ ਰੱਬ ਦੇ ਗੁਣ ਗਾਏ ਜਾਂਦੇ ਨੇ। ਜਦੋਂ ਅਸੀਂ ਪਰਉਪਕਾਰ ਕਰਦੇ ਵੀ ਤੇ ਰੱਬ ਦੇ ਗੁਣ ਗਾਉਣਾ ਹੀ ਹੈ। ਦਿਲ ਵਿੱਚ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਵੀ ਤੇ ਰੱਬ ਦੇ ਗੁਣ ਗਾਉਣਾ ਹੀ ਹੈ। ਫਿਰ ਸਾਡਾ ਹਰ ਕਰਮ ਜਿਹੜਾ ਉਹ ਰੱਬ ਦੀ ਭਗਤੀ ਬਣ ਜਾਂਦਾ ਹੈ। ਧਰਮ ਕੇਵਲ ਬੋਲਣਾ 'ਚ ਹੀ ਨਹੀਂ ਹੈ, ਧਰਮ ਤੇ ਮਨੁੱਖ ਦੇ ਕਰਮ ਵਿੱਚ ਆ ਜਾਂਦਾ ਹੈ। ਕਦੋਂ ਆਉਂਦਾ ਹੈ? ਜਦੋਂ ਰਸਨਾ ਨਾਲ ਰੱਬ ਦੇ ਗੁਣ ਗਾਉਂਦੇ ਹਾਂ, ਗਾਉਂਦਿਆਂ ਗਾਉਂਦਿਆਂ ਉਹ ਸਾਡੇ ਜੀਵਨ ਦਾ ਅੰਗ ਬਣ ਜਾਂਦਾ ਹੈ। ਇਵੇਂ ਕਹਿ ਲਓ ਸਾਡੇ ਆਚਾਰ 'ਚ ਆ ਜਾਂਦਾ ਹੈ। ਉਦੋਂ ਬਾਅਦ ਮਨੁੱਖ ਦੀ ਜ਼ਿੰਦਗੀ ਦਾ ਹਰ ਕਰਮ ਹੀ ਜਿਹੜਾ ਨਾ ਉਹ ਬੰਦਗੀ ਬਣ ਜਾਂਦਾ ਹੈ। ਗੁਰੂ ਕੀ ਪਾਵਨ ਬਾਣੀ ਦੇ ਬਚਨ ਨੇ, ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਈ ਭਗਤ ਹੋਵੇ। ਗੁਰਮੁਖ ਤੇ ਜੋ ਕੁਝ ਕਰਦਾ ਉਹ ਭਗਤੀ ਬਣ ਜਾਂਦੀ ਹੈ, ਹਰ ਕਰਮ ਹੀ ਭਗਤੀ ਬਣ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਪਰਮਾਤਮਾ ਦੇ ਗੁਣ ਗਾਓ। ਪਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਅੰਦਰ ਪਰਮਾਤਮਾ ਦਾ ਹੋਰ ਪਿਆਰ ਪੈਦਾ ਹੋਏਗਾ। ਅਕਸਰ ਅਸੀਂ ਕਹਿੰਦੇ ਸਾਡਾ ਮਨ ਪਰਮਾਤਮਾ ਵਾਲੇ ਬੰਨੇ ਨਹੀਂ ਲੱਗਦਾ, ਸਾਡੀ ਸੁਰਤ ਪਰਮਾਤਮਾ ਵਾਲੇ ਬੰਨੇ ਕਿਵੇਂ ਲੱਗੇ। ਇਹ ਸਾਡੀ ਸਾਰਿਆਂ ਦੀ ਹਮੇਸ਼ਾ ਇਹ ਜਾਚਨਾ ਰਹਿੰਦੀ ਹੈ। ਤੇ ਗੁਰਬਾਣੀ ਕਹਿੰਦੀ ਪਰਮਾਤਮਾ ਵਾਲੇ ਬੰਨੇ ਮਨ ਨੂੰ ਲਗਾਉਣ ਦਾ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦੇ ਗੁਣ ਗਾਓ। ਜਿਉਂ-ਜਿਉਂ ਪਰਮਾਤਮਾ ਦੀ ਕੀਰਤੀ ਕਰੋਗੇ, ਤਿਉਂ-ਤਿਉਂ ਤੁਹਾਡੇ ਅੰਦਰ ਪਿਆਰ ਪ੍ਰਗਟ ਹੋਏਗਾ, ਤੁਹਾਡੇ ਅੰਦਰ ਖਿੱਚ ਪੈਦਾ ਹੋਏਗੀ। ਜਿਉਂ-ਜਿਉਂ ਖਿੱਚ ਪੈਦਾ ਹੋਏਗੀ, ਤਿਉਂ-ਤਿਉਂ ਅੰਦਰ ਪਰਮਾਤਮਾ ਦਾ ਨਾਮ ਵਸਦਾ ਚਲਿਆ ਜਾਏਗਾ। ਸੋ ਸਾਹਿਬ ਜੀ ਕਹਿੰਦੇ, ਭਾਈ ਪਰਮਾਤਮਾ ਦੇ ਗੁਣ ਗਾਓ। ਜਿਵੇਂ ਮੀਂਹ ਵਰਖਾ ਕਰਦਾ ਹੈ, ਤਿਵੇਂ ਵਾਹਿਗੁਰੂ ਜੀ ਦੀ ਮਿਹਰ ਦੀ ਵਰਖਾ ਤੁਹਾਡੇ ਤੇ ਹੋਵੇਗੀ। ਫਿਰ ਕੀ ਹੁੰਦਾ? ਰਹਾਓ ਚਾਰ ਕੁੰਡ ਦਹਿ ਦਿਸ ਜਲ ਨਿਧ, ਊਨ ਥਾਉ ਨਾ ਕੇਹ। ਸਾਹਿਬ ਕਹਿੰਦੇ ਪਰਮਾਤਮਾ ਤੇ ਸਾਰੇ ਥਾਵਾਂ ਤੇ ਹੈ। ਇਹ ਨਹੀਂ ਕਿ ਪਰਮਾਤਮਾ ਨੂੰ ਅਸੀਂ ਕਿਸੇ ਖਾਸ ਥਾਂ ਤੇ ਜਾ ਕੇ ਚੇਤੇ ਕਰਾਂਗੇ ਤੇ ਸ਼ਾਇਦ ਸਾਨੂੰ ਜਲਦੀ ਮਿਲੇਗਾ। ਚਲੋ ਕਈ ਥਾਵਾਂ ਤੇ ਜਾ ਕੇ ਮਨ ਇਕਾਗਰ ਹੁੰਦਾ ਹੈ, এনवायरमेंट ਹੁੰਦੀ ਹੈ, ਚੰਗੀ ਗੱਲ ਹੈ। ਲੇਕਿਨ ਰੱਬ ਤਾਂ ਸਾਰੇ ਥਾਵਾਂ ਤੇ ਹੈ, ਪਰਮਾਤਮਾ ਤੇ ਸਾਰੇ ਥਾਵਾਂ ਤੇ ਹੈ। ਹਰਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਚਾਰ ਕੁੰਟ ਦਹਿ ਦਿਸ ਜਲ ਨਿਧ। ਜਲ ਨਿਧ ਦਾ ਅਰਥ ਹੁੰਦਾ ਖਜ਼ਾਨਾ, ਜਲ ਦਾ ਅਰਥ ਪਾਣੀ ਹੈ, ਪਰ ਇੱਥੇ ਪਾਣੀ ਨਹੀਂ ਹੈ,
इत्थे जल का अर्थ वो परमात्मा का नाम है, वो परमात्मा की हस्ती है। वो परमात्मा सारे थावां ते चौं कुंटां दे विच 10 दिशावां च रमिया होया है। घट घट मैं हर जो बसै संतन कहो पुकार। सारे थावां ते ही परमात्मा है, हर हिरदे च परमात्मा बैठा है। ऊन थाओ ना केह, परमात्मा तो बिना ते कोई थां ऊनी है ही नहीं है। सारे थावां ते परमात्मा है, हर हिरदे च परमात्मा है। साहब कहंदे जदों परमात्मा दे गुण गाओगे, गाउंदियां गाउंदियां तुसीं देखोगे, जिधर देखोगे सारे थावां ते ही परमात्मा बैठा होया है। जिन्ना चिर साडे अंदर प्यार नहीं है, उन्ना चिर ही परमात्मा सानू दूर नज़र आ रहे हैं। असीं सोचते कि परमात्मा शायद किसी खास दिशा च है जां धरती तो वखरा है। गुरबाणी तां कहंदी परमात्मा सर्वव्यापक है। जदों कि धार्मिक लोगों ने कहा, कोई कहंदा कि रब पश्चिम वाले बन्ने है, कोई कहंदा पूर्व वाले बन्ने नूं उहनूं मत्था टेको। किसी ने सोचा रब आकाश विच बैठा होया किते, ओ वखरा ही कोई सचखंड उहदा बनिया होया, दुनिया तो वखरा है। एक उन गुरबाणी ने किन्ने सरल जे लफ्जां च गल कही है, यह जग सच्चे की है कोठड़ी, सच्चे का विचवास। यह जगत ही परमात्मा का घर है, सारे थावां ते परमात्मा वसिया होया है। कोई अजिही थां नहीं है जिथे परमात्मा ना होवे। ऊण ना थाओ के हो, सतगुरु जी कहते ऊण थाओ ना के हो। कोई इहो जी थां ऊणी नहीं है, सखणी नहीं है। सारे थावां ते परमात्मा रमिया होया है। किरपा निध गोविंद पूरन, जी दान सब देहो। सतगुरु जी कहते वाहिगुरु जी किरपा का खजाना है, वो बड़ा दयालु है। परमात्मा की महिमा गायन करदियां गुरबाणी कहती कि परमात्मा मेहरबान, साहे मेहरबान, साहे मेरा मेहरबान, जी सगल को दे दान। परमात्मा मेहरबान है और सारे जियां नूं दान दे रहा है, दयालु है। धर्म के नाम से बहुते लोगों ने परमात्मा का रूप आपो अपने सुभाव अनुसार ही चितविया होया है। कोई कहता जी परमात्मा बड़ा जुल्म करेगा, परमात्मा बख्शेगा नहीं, परमात्मा तुहानूं माफ़ नहीं करेगा। दरअसल ये उन्होंने लोगों की अपनी इहो जी सोच हुंदी है, जिहड़े कहते ना परमात्मा तैनूं माफ़ नहीं करेगा, वो नहीं करते तो उस आउंदे परमात्मा भी नहीं करेगा किसी नूं। धर्म के नाम से आपां देखते जोर जुल्म हुंदा, लोगों को कुटना भी लोगों ने धर्म समझिया है, कतल करना भी धर्म समझिया होया है, लोगों को लुटना भी धर्म समझिया होया है। धर्म के नाम से अडंबर करके पखंड करके लोगों की दसां नौं किरत नूं लुटना भी धर्म समझिया जाता है। लेकिन परमात्मा जो है वो तो समुची मानवता का परमात्मा है। परमात्मा सदा दयालु है। गुरबाणी विच सतगुरु जी ने परमात्मा का सुभाव अंकित किया है कि वह जिहड़ा परमात्मा है ना, वो तो किसी के अवगुण भी नहीं चितारदा, वो तो बड़ा दयालु है। अवगुण नहीं चितारन का यह अर्थ नहीं कि असी अवगुण करिए। परमात्मा ने एक सिस्टम बनाया है, एक निज़म बनाया है। जो असी करांगे उसका फल तो सानूं मिलना ही है। उहदे लई असी परमात्मा नूं जां होर किसी नूं दोषी नहीं ठहरा सकते कि यह दुख मैनूं रब करके मिले है जां रब ने दुखी करता है। रब ने दुखी होने लई जिंदगी नहीं दी, रब ने यह जिंदगी सुख मानने लई दी है। रब ने यह धरती सुख मानने लई दी है। रब ने सानू ये अखां देखण लई दित्तियां कि असी इस जगत विच देख के चल सकीए। रब ने हथ कम करन लई दित्ते ने। रब ने जिहवा जिहड़ी है सो वचन बोलण लई दित्ती है। रब ने सानू ये शरीर जिहड़ा है ये किसी मकसद लई दिता है। और असी रब दीयां बनाईयां अखियां दे मकसद नूं ना समझदियां होइयां वो चीज़ां देखिए जिहड़ियां देखण जोग ही नहीं, तो फिर रब दा की कसूर इहदे च। कन्नां दे नाल असीं वो सुणीए जो सुणन जोग नहीं, तो इहदे च रब दा की कसूर है। ਕੰਨ ਤਾਂ ਸਾਡੇ ਨੇ, ਵਰਤਣ ਦਾ ਅਧਿਕਾਰ ਤਾਂ ਸਾਨੂੰ ਮਿਲਿਆ ਹੋਇਆ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਰੱਬ ਕੋਲੋਂ ਸਿਰਫ ਵਿਵੇਕ ਮਤ ਮੰਗੋ। ਵਿਵੇਕ ਮਤ, ਵਿਵੇਕ ਮਤ ਮਿਲੇਗੀ ਤੁਸੀਂ ਸਦਾ ਪ੍ਰਸੰਨ ਰਹੋਗੇ। ਉਹ ਵਿਵੇਕ ਮਤ ਦੇ ਨਾਲ ਸਾਨੂੰ ਜਿਉਣ ਦੀ ਜਾਚ ਆ ਜਾਏਗੀ। ਕੀ ਦੇਖਣਾ ਹੈ, ਕੀ ਸੁਣਨਾ ਹੈ, ਕੀ ਕਰਨਾ ਹੈ, ਸਾਨੂੰ ਪਤਾ ਲੱਗ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ परमात्मा सर्व व्यापक भी है, तो परमात्मा जिहड़ा है ना वो कृपा निध गोबिंद पूरन। वो परमात्मा जिहड़ा है ना वो कृपा का खजाना है।
ਦਇਆ ਦਾ ਘਰ ਹੈ, ਦਇਆ ਦਾ ਸਮੁੰਦਰ ਹੈ। ਗੁਰੂ ਕੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਸਾਜਨੜਾ। ਇੱਕ ਥਾਂ ਤੇ ਸਤਿਗੁਰੂ ਜੀ ਨੇ ਕਿਹਾ ਕਿ ਜਿੱਥੇ ਪ੍ਰਮਾਤਮਾ ਸਰਬ ਵਿਆਪਕ ਹੈ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਹਉ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਉਹ ਬਹੁਤ ਮਿੱਠ ਬੋਲੜਾ ਹੈ, ਮਿੱਠੇ ਸੁਭਾਅ ਵਾਲਾ ਹੈ। ਉਹ ਪ੍ਰਮਾਤਮਾ ਕਦੀ ਕੌੜਾ ਹੀ ਨਹੀਂ ਬੋਲਦਾ, ਉਹ ਪ੍ਰਮਾਤਮਾ ਕਦੀ ਔਗਣ ਹੀ ਨਹੀਂ ਚਿਤਾਰਦਾ। ਉਹ ਪ੍ਰਮਾਤਮਾ ਸਾਰਿਆਂ ਤੇ ਹੀ ਮਿਹਰਬਾਨ ਹੈ, ਸਾਰਿਆਂ ਤੇ ਦਿਆਲੂ ਹੈ। ਸਤਿਗੁਰੂ ਜੀ ਕਹਿੰਦੇ ਉਹ ਕਿਰਪਾ ਨਿਧ ਨਿਧ ਕਹਿੰਦੇ ਖਜ਼ਾਨੇ ਨੂੰ, ਉਹ ਤੇ ਕਿਰਪਾ ਦਾ ਖਜ਼ਾਨਾ ਹੈ। ਉਹਦੇ ਘਰ 'ਚ ਤਾਂ ਦਇਆ ਹੀ ਭਰੀ ਹੋਈ। ਦਿਆਲ, ਦਿਆਲ ਦਾ ਅਰਥ ਹੁੰਦਾ ਦਇਆ ਦਾ ਘਰ, ਕਿਰਪਾਲ ਦਾ ਅਰਥ ਹੁੰਦਾ ਕਿਰਪਾ ਦਾ ਘਰ। ਗੋਬਿੰਦ, ਗੋਬਿੰਦ ਦਾ ਅਰਥ ਹੁੰਦਾ ਜਿਹੜਾ ਪ੍ਰਿਥਵੀ ਦਾ ਮਾਲਕ ਹੈ। ਗੋ ਮੈਣਾ ਪ੍ਰਿਥਵੀ, ਇੰਦ ਮੈਣਾ ਮਾਲਕ। ਉਹ ਪ੍ਰਮਾਤਮਾ ਜਿਹੜਾ ਕਿਰਪਾ ਦਾ ਖਜ਼ਾਨਾ ਹੈ, ਉਹ ਪ੍ਰਮਾਤਮਾ ਜਿਹੜਾ ਪ੍ਰਿਥਵੀ ਦਾ ਮਾਲਕ ਹੈ। ਪੂਰਨ ਦਾ ਅਰਥ ਜਿਹੜਾ ਸਰਬ ਥਾਵਾਂ ਤੇ ਰਮਿਆ ਹੋਇਆ ਹੈ। ਜੀ ਦਾਨ ਸਭ ਦੇਹ, ਉਹ ਪ੍ਰਮਾਤਮਾ ਨੇ ਸਾਰਿਆਂ ਨੂੰ ਜੀ ਦਾਨ ਦਿੱਤਾ ਤੇ ਦੇ ਰਿਹਾ। ਦੇਖੋ ਅਸੀਂ ਕਹਿੰਦੇ ਪ੍ਰਮਾਤਮਾ ਨਾਰਾਜ਼ ਹੋਏਗਾ ਜਾਂ ਪ੍ਰਮਾਤਮਾ ਜਿਹੜਾ ਮਾਫ ਨਹੀਂ ਕਰੇਗਾ। ਪ੍ਰਮਾਤਮਾ ਨੇ ਜਿਹਨੂੰ ਜ਼ਿੰਦਗੀ ਦੇ ਦਿੱਤੀ, ਕਿੰਨੀ ਵੱਡੀ ਕਿਰਪਾ ਹੈ ਪ੍ਰਮਾਤਮਾ ਦੀ। ਜ਼ਿੰਦਗੀ ਕੋ ਮਾਮੂਲੀ ਘਟਨਾ ਨਹੀਂ ਹੈ। ਇਹ ਠੀਕ ਹੈ ਕਿ ਸਾਨੂੰ ਇਹ ਸਭ ਕੁਝ ਮੁਫਤ 'ਚ ਮਿਲਿਆ, ਅਸੀਂ ਇਹਦੀ ਮਹਾਨਤਾ ਨੂੰ, ਇਹਦੀ ਕੀਮਤ ਨੂੰ ਜਾਣਦੇ ਨਹੀਂ ਹੈ। ਜ਼ਿੰਦਗੀ ਦੀ ਕੀਮਤ ਦਾ ਤੇ ਪਤਾ ਉਦੋਂ ਲੱਗਦਾ ਜਦੋਂ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਫਿਰ ਆਪਾਂ ਕਹਿੰਦੇ ਪਤਾ ਨਹੀਂ ਕਿੱਧਰ ਚਲੀ ਗਿਆ ਉਹ ਪੁਰਾਣੀ ਜ਼ਿੰਦਗੀ। ਦੀ ਕੀਮਤ ਦਾ ਉਦੋਂ ਪਤਾ ਲੱਗਦਾ ਜਦੋਂ ਸਵਾਸ ਮੁੱਕ ਜਾਂਦੇ ਨੇ, ਆਖਰੀ ਟਾਈਮ ਆਉਂਦਾ ਹੈ। ਫਿਰ ਅਸੀਂ ਤਰਲੇ ਲੈਨੇ ਕਿਤੇ 4 ਦਿਨ ਹੋਰ ਕੱਢ ਜਾਏ ਨਾ। ਜ਼ਿੰਦਗੀ ਦੀ ਕੀਮਤ ਦਾ ਤੇ ਤਾਂ ਪਤਾ ਲੱਗਦਾ ਹੈ, ਕਿਉਂਕਿ ਪਰਮਾਤਮਾ ਦੀ ਇੱਕ ਵਡਿਆਈ ਦੇਖੋ। ਸਭ ਕੁਝ ਪਰਮਾਤਮਾ ਨੇ ਮੁਫਤ 'ਚ ਦਿੱਤਾ ਹੈ, ਮੁਫਤ ਵਿੱਚ। ਪਰ ਜੋ ਕੁਝ ਦਿੱਤਾ ਉਹ ਹੈ ਬੜਾ ਅਮੋਲ ਹੈ। ਸਰੀਰ ਮੁਫਤ 'ਚ ਮਿਲਿਆ ਹੈ ਪਰ ਬੜਾ ਦੁਰਲਭ ਹੈ, ਇਹ ਮੁੜ ਕੇ ਨਹੀਂ ਮਿਲਣਾ। ਸਵਾਸ ਮੁਫਤ ਵਿੱਚ ਮਿਲੇ ਨੇ ਪਰ ਬੜੇ ਦੁਰਲਭ ਨੇ, ਇਹ ਕਿਸੇ ਕੀਮਤ ਤੇ ਨਹੀਂ ਮਿਲਣੇ। ਇਹ ਨਹੀਂ ਹੈ ਕਿ ਕੋਈ ਰਿਸ਼ਤੇਦਾਰ ਮੈਨੂੰ 1000 ਦੇ ਦੇਵੇਗਾ ਜਾਂ ਕਿਤੇ ਬਾਜ਼ਾਰੋਂ ਮੁੱਲ ਖਰੀਦੇ ਜਾਣਗੇ, ਕਿਤੇ ਨਹੀਂ ਮਿਲਣੇ। ਕੋਈ ਇਹਦਾ ਬਦਲ ਹੀ ਨਹੀਂ ਹੈ। ਦੁਰਲਭ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹੜੀ ਕਿਸੇ ਵੀ ਥਾਂ ਤੇ ਕਿਸੇ ਵੀ ਕੀਮਤ ਤੇ ਮਿਲ ਹੀ ਨਾ ਸਕੇ। ਜ਼ਿੰਦਗੀ ਦੁਰਲਭ ਸਾਨੂੰ ਰੱਬ ਨੇ ਦਿੱਤੀ ਹੈ। ਤੰਦਰੁਸਤੀ ਦੁਰਲਭ ਹੈ, ਇਹ ਕਿਤੇ ਉਹ ਬਾਜ਼ਾਰੋਂ ਨਹੀਂ ਮਿਲ ਸਕਦੀ ਕਿ ਤੁਸੀਂ ਦਵਾਈਆਂ ਖਾਓਗੇ ਤੇ ਤੰਦਰੁਸਤੀ ਮਿਲ ਜੇ। ਬੜਾ ਵੱਡਾ ਭਰਮ ਹੈ ਮਨੁੱਖ ਦੇ ਮਨ 'ਚ ਕਿ ਦਵਾਈਆਂ ਖਾ ਕੇ ਰਾਜੀ ਹੋ ਜਾਵਾਂਗੇ। ਦਵਾਈਆਂ ਕਦੀ ਰਾਜੀ ਕਰਦੀਆਂ ਹੀ ਨਹੀਂ। ਤੇ ਦਵਾਈਆਂ ਬਣਾਉਣ ਵਾਲਿਆਂ ਨੇ ਦਵਾਈਆਂ ਬਣਾਈਆਂ ਇਸ ਲਈ ਨਹੀਂ ਕਿ ਤੁਸੀਂ ਰਾਜੀ ਹੋਵੋ। ਜੇ ਰਾਜੀ ਹੋ ਗਏ ਉਹਨਾਂ ਦੇ ਤੇ ਬਿਜ਼ਨਸ ਹੀ ਠੱਪ ਹੋ ਜਾਣਗੇ, ਫਿਰ ਉਹਨਾਂ ਦੇ ਕੰਮ ਕਰ ਕਿੱਥੋਂ ਚੱਲਣਗੇ। ਉਹਨਾਂ ਨੇ ਦਵਾਈਆਂ ਇਸ ਲਈ ਨਹੀਂ ਬਣਾਈਆਂ ਕਿ ਤੁਸੀਂ ਰਾਜੀ ਹੋਵੋ। ਉਹਨਾਂ ਨੇ ਦਵਾਈਆਂ ਤੇ ਬਣਾਈਆਂ ਕਿ ਦਵਾਈਆਂ ਖਾਂਦੇ ਹੋ ਹੋਰ ਦਵਾਈਆਂ ਖਾਣ ਵਾਲੇ ਤੁਸੀਂ ਬਣੋ, ਹੋਰ ਦਵਾਈਆਂ ਵਾਲੇ ਬੰਨੇ ਤੁਸੀਂ ਲੱਗਦੇ ਜਾਓ। ਮਨੁੱਖ ਦੇ ਮਨ 'ਚ ਇੱਕ ਭਰਮ ਕਿ ਦਵਾਈਆਂ ਹੀ ਮੈਨੂੰ ਰਾਜੀ ਕਰ ਦੇਣਗੀਆਂ। ਠੀਕ ਹੈ, ਕਿਤੇ ਲੋੜ ਹੈ ਦਵਾਈ ਵਰਤਣੀ ਪੈਂਦੀ, ਪਰ ਦਵਾਈਆਂ ਰਾਜੀ ਨਹੀਂ ਕਰਦੀਆਂ। ਦਵਾਈਆਂ ਕੁਝ ਆਸਰਾ ਦੇ ਸਕਦੀਆਂ ਨੇ। ਜਿੱਦਾਂ ਇੱਕ ਥੰਮੀ ਨਹੀਂ ਦੇ ਦਿੰਦੇ ਆਪਾਂ ਡਿੱਗਦੇ ਮਕਾਨ ਨੂੰ, ਉਹਨਾਂ ਕੋ ਆਸਰਾ ਦੇ ਸਕਦੀਆਂ ਨੇ। ਦਵਾਈਆਂ ਤੰਦਰੁਸਤ ਨਹੀਂ ਕਰਦੀਆਂ। ਨਾ ਦਵਾਈਆਂ ਬਣਾਉਣ ਵਾਲੇ ਇਹੋ ਜਿਹੀ ਕੋਈ ਦਵਾਈ ਬਣਾਉਂਦੇ ਜਿਹੜੀ ਤੁਹਾਨੂੰ ਤੰਦਰੁਸਤ ਕਰੇ। ਉਹ ਤੇ ਬਣਾਉਂਦੇ ਇਹੋ ਜਿਹੀ ਨੇ ਕਿ ਇੱਕ ਦਵਾਈ ਤੋਂ ਬਾਅਦ ਅਗਲੀ ਹੋਰ ਦਵਾਈ ਵੀ ਤੁਹਾਨੂੰ ਖਾਣੀ ਪੈ ਜਾਏ। ਉਹਨਾਂ ਦਾ ਬਿਜ਼ਨਸ ਜਿਹੜਾ ਕੰਮਕਾਰ ਜਿਹੜਾ ਚੱਲਦਾ ਰਹੇ। ਇਸ ਕਰਕੇ ਉਹ ਕੋਈ ਚੰਗੀ ਨੀਅਤ ਵਾਲੇ ਨਹੀਂ ਹੈ ਜਿਹੜੇ ਦਵਾਈਆਂ ਬਣਾਉਂਦੇ ਨੇ। ਉਹਨਾਂ ਦੀ ਭਾਵਨਾ ਇਹ ਨਹੀਂ ਹੈ ਕਿ ਤੁਸੀਂ ਤੰਦਰੁਸਤ ਹੋਵੋ। ਨਹੀਂ ਤੇ ਤੰਦਰੁਸਤ ਹੋਣ ਲਈ ਰੱਬ ਨੇ ਪ੍ਰਕਿਰਤੀ 'ਚ ਬਹੁਤ ਕੁਝ ਬਣਾਇਆ। ਤੰਦਰੁਸਤ ਹੋਣ ਲਈ ਪ੍ਰਕਿਰਤੀ ਅੰਦਰ ਰੱਬ ਨੇ ਬਹੁਤ ਕੁਝ ਬਣਾਇਆ ਹੈ, ਪਰ ਮਨੁੱਖ ਦਾ ਉਧਰ ਧਿਆਨ ਜਾਂਦਾ ਹੀ ਨਹੀਂ, ਨਾ ਦਵਾਇਆ ਜਾਂਦਾ ਹੈ। ਉਹ ਚੀਜ਼ਾਂ ਹੀ ਅਲੋਪ ਕਰ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਰਾਹੀਂ ਮਨੁੱਖ ਨੇ ਤੰਦਰੁਸਤ ਹੋਣਾ। ਸੋ ਇਹ ਸਭ ਕੁਝ ਦੁਰਲਭ ਹੈ। ਜ਼ਿੰਦਗੀ ਦੁਰਲਭ ਹੈ, ਤੰਦਰੁਸਤੀ ਦੁਰਲਭ ਹੈ, ਸਵਾਸ ਦੁਰਲਭ ਨੇ। ਇਹ ਧਰਤੀ ਤੇ ਅਸੀਂ ਆਏ ਹਾਂ ਨਾ, ਇਹ ਵੀ ਦੁਰਲਭ ਹੀ ਹੈ, ਮੁੜ ਕੇ ਨਹੀਂ ਆਉਣਾ। ਇਹ ਨਾ ਸੋਚੋ ਕਿ ਇੱਕ ਵਾਰੀ ਚਲੇ ਗਏ ਮੁੜ ਕੇ ਧਰਤੀ ਤੇ ਆ ਜਾਵਾਂਗੇ, ਮੁੜ ਕੇ ਨਹੀਂ ਆਉਣਾ। ਇਹ ਤੇ ਵਾਹਿਗੁਰੂ ਜੀ ਨੇ ਸਾਨੂੰ ਇੱਕ ਬੜਾ ਮਹਾਨ ਮੌਕਾ ਦਿੱਤਾ ਇਸ ਧਰਤੀ ਤੇ। ਇਹ ਧਰਤੀ ਕੋਈ ਮਾਮੂਲੀ ਥਾਂ ਨਹੀਂ ਹੈ। ਇਹ ਠੀਕ ਹੈ ਕਿ ਅਸੀਂ ਧਰਤੀ ਨੂੰ ਉਜਾੜ ਬਣਾਇਆ ਹੋਇਆ, ਇਹਦੀ ਮਹਾਨਤਾ ਨਹੀਂ ਸਮਝਦੇ। ਬਾਬਾ ਨਾਨਕ ਜੀ ਨੇ ਕਿਹਾ ਸੀ ਇਹ ਧਰਤੀ ਧਰਮਸਾਲ ਹੈ। ਇਹ ਧਰਤੀ ਕਿੰਨੀ ਮਹਾਨ ਹੈ ਜਿਹਦੇ ਪ੍ਰਥਾਏ ਸਤਿਗੁਰੂ ਜੀ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਘਾ ਵਿੱਚ ਵਾਸ। ਇੱਥੇ ਤੇ ਪ੍ਰਮਾਤਮਾ ਵਸਦਾ। ਇਹ ਧਰਤੀ ਤੇ ਆਉਣਾ ਇੱਕ ਬੜੀ ਮਹਾਨ ਉੱਤਮ ਸਾਡੇ ਭਾਗ ਨੇ।
ਮੁੜ ਕੇ ਧਰਤੀ ਤੇ ਨਹੀਂ ਅਸੀਂ ਆਉਣਾ। ਜੋ ਮਰਜ਼ੀ ਕਰ ਲਈਏ, ਮੁੜ ਕੇ ਧਰਤੀ ਤੇ ਨਹੀਂ ਆਉਣਾ ਅਸੀਂ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਇਸ ਕਰਕੇ ਜੋ ਕੁਝ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਇਹ ਦੁਰਲੱਭ ਹੈ। ਜੇ ਹੁਣ ਅਸੀਂ ਧਰਤੀ ਤੇ ਆਏ ਹਾਂ ਤੇ ਅਸੀਂ ਦੇਖੋ ਨਾ, ਧਰਤੀ ਸਾਨੂੰ ਕਿੰਨਾ ਆਸਰਾ ਦਿੰਦੀ ਹੈ। ਧਰਤੀ ਤੇ ਤੁਰੇ ਫਿਰਦੇ ਹਾਂ, ਧਰਤੀ ਤੋਂ ਆਪਾਂ ਕਿੰਨੇ ਪਦਾਰਥ ਖਾਂਦੇ ਹਾਂ, ਅੰਨ ਪੈਦਾ ਹੁੰਦਾ ਹੈ, ਫਲ ਫਰੂਟ ਪੈਦਾ ਹੁੰਦੇ ਨੇ, ਕੀ ਕੁਝ ਪੈਦਾ ਹੁੰਦਾ ਹੈ। ਅਸੀਂ ਧਰਤੀ ਦੀ ਕਦਰ ਕਰੀਏ ਜੇ ਧਰਤੀ ਨੂੰ ਜਾਣੀਏ ਤਾਂ। ਲੇਕਿਨ ਕਿਉਂਕਿ ਸਾਨੂੰ ਪਤਾ ਹੀ ਨਹੀਂ ਧਰਤੀ ਤੇ ਆਉਣਾ, ਧਰਤੀ ਦੀ ਜ਼ਿੰਦਗੀ ਕਿੰਨੀ ਦੁਰਲੱਭ ਹੈ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਜਿਹੜਾ ਹੈ ਇੰਨਾ ਮਹਾਨ ਹੈ ਕਿ ਹਰ ਮਨੁੱਖ ਨੂੰ ਜ਼ਿੰਦਗੀ ਦੇ ਰਿਹਾ। ਦੇਖੋ ਪੈਸੇ ਦੇਣਾ, ਦੇਖਦੇ ਕਿ ਧਰਮ ਦੀ ਦੁਨੀਆ 'ਚ ਬੜੇ ਨੇ ਜਿਹੜੇ ਪੈਸੇ ਦਾ ਦਾਨ ਕਰਦੇ ਨੇ, ਕੋਈ ਸੋਨੇ ਦਾ ਦਾਨ ਕਰਦਾ ਹੈ, ਕੋਈ ਰੋਟੀ ਪਾਣੀ ਵੀ ਖਵਾਉਂਦਾ, ਕੋਈ ਕੱਪੜਾ ਲੈ ਕੇ ਦੇ ਦਿੰਦਾ। ਇਹ ਛੋਟੇ ਮੋਟੇ ਦਾਨ ਨੇ, ਰੱਬ ਦੀਆਂ ਦਿੱਤੀਆਂ ਚੀਜ਼ਾਂ ਕਿਸੇ ਨੂੰ ਦੇਈ ਜਾਣੀਆਂ। ਦਰਅਸਲ ਇਹ ਦਾਨ ਨਹੀਂ ਹੁੰਦਾ, ਇਹਨੂੰ ਵੰਡ ਕੇ ਛਕਣਾ ਕਿਹਾ ਜਾਂਦਾ ਹੈ। ਗੁਰਮਤਿ ਨੇ ਇਹਨੂੰ ਵੰਡ ਕੇ ਛਕਣਾ ਕਿਹਾ ਕਿ ਰੱਬ ਨੇ ਪਦਾਰਥ ਸਾਨੂੰ ਦਿੱਤੇ ਨੇ, ਦੂਜਿਆਂ ਨਾਲ ਸ਼ੇਅਰ ਕਰੋ। ਇੱਕ ਬੜੀ ਵਧੀਆ ਗੱਲ ਹੈ ਦੂਜਿਆਂ ਨਾਲ ਸ਼ੇਅਰ ਕਰਨਾ, ਵੰਡ ਕੇ ਛਕਣਾ ਬੜਾ ਮਹਾਨ ਗੁਣ ਹੈ। ਪਰ ਇਹਨੂੰ ਦਾਨ ਨਾ ਸਮਝ ਲੈਣਾ, ਇਹ ਦਾਨ ਨਹੀਂ ਹੈ। ਦਾਨ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਕਿਸੇ ਮਨੁੱਖ ਦੇ ਅੰਦਰ ਚਾਅ ਪੈਦਾ ਕਰ ਦੇਵੇ, ਜਿਹੜੀ ਕਿਸੇ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਕਰ ਦੇਵੇ, ਉਹਨੂੰ ਦਾਨ ਕਿਹਾ ਜਾਂਦਾ ਹੈ। ਇਸ ਕਰਕੇ ਇਹ ਦਾਨ ਨਹੀਂ ਹੈ ਕਿ ਮੈਂ ਰੋਟੀ ਖਵਾਤੀ ਦਾਨ ਕਰਤਾ, ਪੈਸੇ ਦੇਤੀ ਦਾਨ ਕਰਤੇ। ਭਰਮ ਹੈ ਸਾਡੇ ਮਨਾਂ 'ਚ। ਇਹ ਤੇ ਮੇਰੇ ਵਰਗੇ ਅਖੌਤੀ ਧਾਰਮਿਕ ਲੋਕਾਂ ਨੇ ਆਪਣਾ ਰੋਟੀ ਪਾਣੀ ਚਲਾਉਣ ਲਈ ਇਹਨੂੰ ਦਾਨ ਦਾ ਨਾਂ ਤੱਕ ਦਾਨ ਕਰ ਲਿਆ ਕਰੋ ਕੋਈ ਧਾਰਮਿਕ ਲੋਕਾਂ ਨੂੰ, ਕਿਉਂਕਿ ਉਹਨਾਂ ਦੇ ਚੰਗੇ ਕਾਰੋਬਾਰ ਹਰੇ ਭਰੇ ਰਹਿੰਦੇ ਨੇ ਕਹਿ ਕੇ, ਦਾਨ ਕਹਿ ਕੇ। ਤੇ ਮਨੁੱਖ ਨੇ ਵੀ ਸੋਚ ਲਿਆ ਇਹੀ ਦਾਨ ਹੈ। ਇਹ ਦਾਨ ਨਹੀਂ ਹੈ। ਦਾਨ ਹੈ ਕਿਸੇ ਮਨੁੱਖ ਦੇ ਅੰਦਰ ਜੀਵਨ ਦਾ ਚਾਅ ਪੈਦਾ ਕਰ ਦੇਣਾ, ਕਿਸੇ ਮਨੁੱਖ ਦੇ ਅੰਦਰੋਂ ਹੀਣ ਭਾਵਨਾ ਨੂੰ ਖਤਮ ਕਰ ਦੇਣਾ। ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ, ਉਹ ਜ਼ਰੂਰੀ ਨਹੀਂ ਕਿ ਉਹ ਪੈਸੇ ਦੇ ਕੇ ਹੋਣੀ, ਕਿਸੇ ਵੀ ਤਰੀਕੇ ਨਾਲ ਖਤਮ ਕਰ ਸਕਦੇ ਹੋ। ਪਰਮਾਤਮਾ ਨੇ ਸਾਨੂੰ ਜੀ ਦਾਨ ਦਿੱਤਾ ਹੈ, ਜੀ ਦਾਨ ਜਿਹੜਾ ਕਿਤੇੋਂ ਨਹੀਂ ਮਿਲ ਸਕਦਾ। ਜ਼ਿੰਦਗੀ ਦਿੱਤੀ ਹੈ, ਕੇਵਲ ਜ਼ਿੰਦਗੀ ਦਿੱਤੀ ਹੀ ਨਹੀਂ ਹੈ, ਇਹ ਜ਼ਿੰਦਗੀ ਸਾਡੀ ਕਾਇਮ ਰਹੇ, ਇਹ ਸਾਡੀ ਜ਼ਿੰਦਗੀ ਹਰੀ ਭਰੀ ਰਹੇ, ਅਸੀਂ ਜੀਵਨ ਮੰਨਦੇ ਰਹੀਏ। ਸਾਨੂੰ ਬੇਅੰਤ ਪਦਾਰਥ ਦਿੱਤੇ ਨੇ। ਇਹ ਜੋ ਕੁਝ ਦਿੱਤਾ ਹੈ ਨਾ, ਇਹ ਜਿਉਂਦੇ ਰਹਿਣ ਲਈ ਦਿੱਤਾ ਹੈ ਸਾਨੂੰ। ਰੱਬ ਨੇ ਇਕੱਠੀਆਂ ਕਰਨ ਲਈ ਨਹੀਂ ਦਿੱਤਾ। ਇਹ ਜੋ ਕੁਝ ਹੈ ਧਰਤੀ ਤੇ ਇਕੱਠੀਆਂ ਕਰਨ ਲਈ ਨਹੀਂ ਸੀ ਕਿ ਆਪਾਂ ਇਕੱਠੇ ਕਰ ਲਵਾਂਗੇ ਤੇ ਸ਼ਾਇਦ ਬੜੇ ਮਹਾਨ ਬਣ ਜਾਵਾਂਗੇ। ਇਹ ਜਿਉਂਦੇ ਰਹਿਣ ਲਈ ਹੈ। ਇਹ ਰੋਟੀ ਪਾਣੀ ਜਿਉਂਦੇ ਰਹਿਣ ਲਈ ਹੈ। ਇਹ ਦੁਨੀਆ ਦੀ ਧਨ ਦੌਲਤ ਜਿਉਂਦੇ ਰਹਿਣ ਲਈ ਹੈ। ਇਹ ਜ਼ਰੂਰੀ ਹੈ, ਰੱਬ ਨੇ ਦਿੱਤੀ ਹੈ ਕਿ ਅਸੀਂ ਜਿਉਂਦੇ ਰਹੀਏ। ਰੋਟੀ ਪਾਣੀ ਨਹੀਂ ਹੋਏਗਾ ਤੇ ਆਪਣਾ ਜਿਉਣਾ ਔਖਾ ਹੋ ਜਾਏਗਾ। ਧਨ ਦੌਲਤ ਤੋਂ ਬਿਨਾਂ ਵੀ ਜ਼ਿੰਦਗੀ ਔਖੀ ਹੋ ਜਾਏਗੀ, ਸਮਾਜ ਵਿੱਚ ਰਹਿਣਾ ਔਖਾ ਹੋ ਜਾਏਗਾ। ਇਸ ਕਰਕੇ ਜਦੋਂ ਜੀ ਦਾਨ ਦੀ ਗੱਲ ਹੁੰਦੀ ਹੈ ਤੇ ਜੀ ਦਾਨ ਦਾ ਅਰਥ ਇਕੱਲਾ ਇਹ ਨਹੀਂ ਕਿ ਸਾਨੂੰ ਜੀਵਨ ਦੇ ਕੇ ਰੱਬ ਨੇ ਛੱਡ ਦਿੱਤਾ ਹੈ, ਲਾਂਭੇ ਹੋ ਗਏ। ਇਹੀ ਤੇ ਪ੍ਰਮਾਤਮਾ ਦੀ ਵਡਿਆਈ ਹੈ। ਪ੍ਰਮਾਤਮਾ ਨੂੰ ਕਰਤਾ ਪੁਰਖ ਕਿਹਾ। ਕਰਤਾ ਪੁਰਖ, ਕਰਤੇ ਬਹੁਤ ਨੇ ਧਰਤੀ ਤੇ। ਦੇਖੋ ਇੱਕ ਫਰਨੀਚਰ ਬਣਾਉਣ ਵਾਲਾ ਕਾਰੀਗਰ, ਉਹ ਫਰਨੀਚਰ ਦਾ ਕਰਤਾ ਹੈ। ਹੋਰ ਜਿੰਨੇ ਵੀ ਕੰਮ ਹੋ ਰਹੇ, ਕੋਈ ਬਿਲਡਿੰਗ ਬਣਾ ਰਿਹਾ ਹੈ, ਕੋਈ ਹੋਰ ਚੀਜ਼ਾਂ ਬਣਾ ਰਿਹਾ ਹੈ, ਕੋਈ ਦੁਕਾਨ ਤੇ ਕੰਮ ਕਰ ਰਿਹਾ, ਇਹ ਸਭ ਕਰਤੇ, ਕਿਰਤ ਕਰਨ ਵਾਲੇ ਕਰਤੇ ਹੀ ਨੇ ਸਾਰੇ। ਲੇਕਿਨ ਪ੍ਰਮਾਤਮਾ ਕਰਤਾ ਪੁਰਖ ਹੈ। ਕਰਤਾ ਪੁਰਖ ਦਾ ਅਰਥ ਕਿ ਜੋ ਉਹਨੇ ਕਿਰਤ ਕੀਤੀ ਹੈ ਉਹ ਕਿਰਤ ਤੋਂ ਵੱਖਰੀਆਂ ਨਹੀਂ ਹੋ ਗਈਆਂ। ਕਾਰੀਗਰ ਨੇ ਫਰਨੀਚਰ ਬਣਾਇਆ, ਫਰਨੀਚਰ ਬਾਜ਼ਾਰ 'ਚ ਵਿਕ ਗਿਆ, ਕਿਸੇ ਦੇ ਘਰ ਚਲ ਗਿਆ, ਕਾਰੀਗਰ ਦਾ ਉਹਦੇ ਨਾਲ ਸੰਬੰਧ ਹੀ ਕੋਈ ਨਹੀਂ, ਕਿੱਥੇ ਹੈ ਕਾਰੀਗਰ ਨੂੰ ਪਤਾ ਹੀ ਨਹੀਂ ਹੈ। ਲੇਕਿਨ ਪ੍ਰਮਾਤਮਾ ਜੇ ਕਰਤਾ ਹੈ ਤੇ ਪ੍ਰਮਾਤਮਾ ਕੋ ਵੱਖਰਾ ਨਹੀਂ ਹੋ ਕੇ ਬੈਠ ਗਿਆ। ਜਿਵੇਂ ਅਸੀਂ ਸੋਚਦੇ ਕਿ ਪ੍ਰਮਾਤਮਾ ਦੇਖਦਾ ਹੀ ਨਹੀਂ ਸਾਡੇ ਵੱਲ, ਪ੍ਰਮਾਤਮਾ ਸੁਣਦਾ ਹੀ ਨਹੀਂ, ਇਹ ਸਾਡੀਆਂ ਧਾਰਨਾ ਨੇ। ਇਹ ਕਹਿੰਦੇ ਪ੍ਰਮਾਤਮਾ ਤੇ ਸਦ ਸੁਣਦਾ, ਸਦ ਵੇਖਦਾ। परमात्मा ते चित्ते अंदर सब को वेख नदरी हेठ चलाइंदा, वो ते सारे नूं अपने ध्यान च रखदा, अपनी नज़र विच रखदा है। सारिਆਂ ਨੂੰ आ जो सानू घर बाहर दिते ने, किरत विर दिती है, तो वाहिगुरु जी की बख्शिश है, ये तो सानू जिउंदे रहण लई दिती है। ये दुनिया के घर पदार्थ ये साडे लई जिउंदे रहण लई सन। जी दान, जी दान का अर्थ यह है कि परमात्मा ने जिथे सानू जिंदगी दिती है उत्थे ये जिंदगी साडी कायम रहे जां असीं जिउंदे रहीए इस धरती ते, उहदे लई बहुत कुछ दिता है। हवा दिती है, पानी दिता है, पदार्थ दिते ने, धीआं पुत्र दिते ने, होर घर-बार दिता है, कारोबार दिता है। ये सारे जीदान च ही आ जांदे ने, ये जीदान दा हिस्सा ने सारे। इस करके वो परमात्मा जिहड़ा किरपा दा खजाना है, वो परमात्मा जिहड़ा धरती दा मालिक है, वो परमात्मा जिहड़ा सर्व व्यापक है,
ਜੀ ਦਾਨ ਸਭ ਦੇ, ਉਹ ਸਾਰਿਆਂ ਨੂੰ ਜੀ ਦਾਨ ਦੇ ਰਹੇ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਉਹਦੇ ਦਿੱਤੇ ਹੋਏ ਦਾਨ ਨੂੰ ਸਮਝਦੇ ਆ ਜਾਂ ਨਹੀਂ ਸਮਝਦੇ। ਪਰਮਾਤਮਾ ਤੇ ਦੇਖੋ ਇੰਨਾ ਮਹਾਨ ਹੈ, ਉਹ ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਡਿਆਈ ਕਰਦੇ ਆ ਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ। ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਉਹ ਪ੍ਰਮਾਤਮਾ ਤੇ ਸਾਡੇ ਅਨੇਕਾਂ ਅਪਰਾਧ ਬਖਸ਼ ਕੇ ਫਿਰ ਸਾਨੂੰ ਸਿੱਧੇ ਰਾਹ ਤੇ ਪਾਉਣਾ ਚਾਹੁੰਦਾ ਹੈ। ਪਰਮਾਤਮਾ ਕਦੀ ਨਹੀਂ ਚਾਹੁੰਦਾ ਕਿ ਅਸੀਂ ਔਗਣ ਕਰਕੇ ਦੁਖੀ ਹੋਈਏ ਜਾਂ ਔਗਣਾਂ ਵਾਲੇ ਬੰਨੇ ਲੱਗੀਏ, ਜਾਂ ਔਗਣਾਂ ਵਾਲੇ ਬੰਨੇ ਪਰਮਾਤਮਾ ਲਾਉਂਦਾ ਹੀ ਨਹੀਂ ਹੈ। ਉਹ ਤੇ ਅਨੇਕ ਤਰੀਕਿਆਂ ਨਾਲ ਸਾਨੂੰ ਔਗਣਾਂ ਤੋਂ ਮੁਕਤ ਵੀ ਕਰਨਾ ਚਾਹੁੰਦਾ ਹੈ, ਸਾਨੂੰ ਬਚਾਉਣਾ ਚਾਹੁੰਦਾ ਹੈ, ਲੇਕਿਨ ਅਸੀਂ ਸਮਝਦੇ ਨਹੀਂ। ਅਨੇਕ ਵਿਧੀ ਸਮਝਾਵੋ। ਸਤਿਗੁਰੂ ਜੀ ਕਹਿੰਦੇ ਕਿ ਵਾਹਿਗੁਰੂ ਜੀ ਤੁਸੀਂ ਸਦਾ ਸਾਡੇ ਧਿਆਨ ਰੱਖਦੇ ਹੋ, ਸਦਾ ਸਾਡੇ ਨਾਲ ਹੋ, ਨਿਮਖ ਨਿਮਖ ਸਾਡੀ ਤੁਸੀਂ ਪ੍ਰਤਪਾਲਨਾ ਕਰ ਰਹੇ ਹੋ। ਗੁਰੂ ਬਾਬਾ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਜੀ ਦਾਨ ਉਹ ਦੇ ਰਹੇ ਹੈ, ਜ਼ਿੰਦਗੀ ਵੀ ਦਿੱਤੀ ਹੈ, ਜਿਉਂਦੇ ਰਹਿਣ ਲਈ ਸਾਰੇ ਸਾਧਨ ਪਦਾਰਥ ਪਰਮਾਤਮਾ ਹੀ ਸਾਰਿਆਂ ਨੂੰ ਦੇ ਰਿਹਾ ਹੈ। ਜੇ ਉਸ ਪਰਮਾਤਮਾ ਦਾ ਜਸ ਕਰਾਂਗੇ, ਗੱਲ ਸਤਿਗੁਰੂ ਜੀ ਨੇ ਸ਼ੁਰੂ ਕੀਤੀ ਸੀ ਕਿ ਹਰ ਜਸ ਪੂਰਨ ਪ੍ਰਗਟੇ ਨੇਹੋ, ਕਿ ਜੇ ਉਸ ਪਰਮਾਤਮਾ ਦਾ ਜਸ ਕਰਾਂਗੇ ਆਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟੇ ਨੇਹੋ। ਜਿਵੇਂ ਸਾਰੇ ਥਾਵਾਂ ਤੇ ਮੀਂਹ ਪੈਂਦਾ ਹੈ, ਜੇ ਪਰਮਾਤਮਾ ਦਾ ਜਸ ਕਰਾਂਗੇ ਤੇ ਸਾਡੇ ਅੰਦਰ ਵੀ ਵਰਖਾ ਹੋਏਗੀ, ਸਾਡੇ ਅੰਦਰ ਵੀ ਰੱਬੀ ਰਹਿਮਤ ਵਰਤੇਗੀ। ਰੱਬ ਤਾਂ ਬਦਲਦੀ ਨਹੀਂ ਆਈ ਹੈ, ਬੱਦਲ ਜਿਹੜਾ ਹੈ ਨਾ ਉਹ ਤੇ ਉਤਾਵਲਾ ਹੈ ਵਰਖਾ ਕਰਨ ਦੇ ਲਈ, ਰੱਬ ਬਦਲਦੀ ਨਹੀਂ ਆਈ ਹੈ। ਪਰਮਾਤਮਾ ਵੀ ਉਤਾਵਲਾ ਹੈ ਸਾਡੇ ਤੇ ਦਇਆ ਦ੍ਰਿਸ਼ਟੀ ਕਰਨ ਲਈ। ਪਰਮਾਤਮਾ ਦੀ ਇੱਕ ਰੀਝ ਹੈ, ਪਰਮਾਤਮਾ ਦੀ ਇੱਕ ਭੁੱਖ ਹੈ, ਹਰ ਮਨੁੱਖ ਜ਼ਿੰਦਗੀ 'ਚ ਮਹਾਨ ਬਣੇ, ਹਰ ਮਨੁੱਖ ਉਹਦੇ ਪਿਆਰ 'ਚ ਉੱਠ ਕੇ ਸੁਖੀ ਹੋ ਜਾਏ, ਆਨੰਦ ਦਾ ਜੀਵਨ ਬਤੀਤ ਕਰੇ। ਅਸੀਂ ਕਹਿੰਦੇ ਪਰਮਾਤਮਾ ਸਾਡਾ ਮਾਂ ਪਿਓ ਹੈ, ਤੇ ਮਾਂ ਪਿਓ ਤੇ ਇਹੀ ਚਾਹੁੰਦੇ ਨੇ ਉਹਨਾਂ ਦੇ ਸਾਰੇ ਬੱਚੇ ਸਫਲ ਹੋਣ, ਸੁਖੀ ਹੋਣ, ਬੜੇ ਖੁਸ਼ਹਾਲ ਹੋਣ। ਇਹ ਤੇ ਕਦੀ ਨਹੀਂ ਹੁੰਦਾ ਕਿ ਮਾਂ ਪਿਓ ਕਹੇ ਕਿ ਇੱਕ ਬੱਚਾ ਚੰਗਾ ਹੋਏ ਤੇ ਇੱਕ ਮਾੜਾ ਹੋ ਜਾਏ। ਮਾਂ ਪਿਓ ਨਹੀਂ ਕਦੀ ਚਾਹੁੰਦਾ। ਪਰਮਾਤਮਾ ਸਾਡਾ ਮਾਂ ਪਿਓ ਹੈ। ਪਰਮਾਤਮਾ ਇਹ ਚਾਹੁੰਦਾ ਕਿ ਹਰ ਮਨੁੱਖ ਧਰਤੀ ਤੇ ਸੁਖੀ ਵਸੇ। ਦੇਖੋ ਪਰਮਾਤਮਾ ਦਾ ਰੂਪ ਹੈ ਗੁਰੂ, ਤੇ ਜਦੋਂ ਗੁਰੂ ਦਾ ਹਰ ਕਰਮ ਦੇਖਦੇ ਹਾਂ, ਜਦੋਂ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਤੇ ਉਹਨਾਂ ਦਾ ਇਹੀ ਯਤਨ ਹੈ ਕਿ ਧਰਤੀ ਦੇ ਰਹਿਣ ਵਾਲੇ ਸਾਰੇ ਲੋਕ ਜਿਹੜੇ ਸੁਖੀ ਰਹਿਣ। ਉਹਨਾਂ ਨੇ ਜੇ ਪਰਮਾਤਮਾ ਪਾਸੋਂ ਦਾਤ ਵੀ ਮੰਗੀ, ਇੱਕੋ ਗੱਲ ਕਿ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਵਾਹਿਗੁਰੂ ਜੀ ਸਾਰਿਆਂ ਦੀ ਸੰਭਾਲ ਕਰ, ਉਹ ਕਰਦਾ ਸਾਰਿਆਂ ਦੀ, ਪਰ ਗੁਰੂ ਸਾਹਿਬ ਜੀ ਨੇ ਆਪਣਾ ਫਰਜ਼ ਨਿਭਾਉਂਦੇ ਆ ਕਿ ਸਭੇ ਜੀ ਸੰਭਾਲ। ਪਰਮਾਤਮਾ ਸਾਰਿਆਂ ਦੀ ਸੰਭਾਲ ਕਰ, ਆਪਣੀ ਮਿਹਰ ਕਰ, ਅੰਨ ਪਾਣੀ ਮੁੱਚ ਉਪਾਏ, ਅੰਨ ਪਾਣੀ ਬਹੁਤਾ ਪੈਦਾ ਕਰ, ਧਰਤੀ ਤੇ ਤੋਟ ਹੀ ਨਾ ਆਏ ਅੰਨ ਪਾਣੀ ਦੀ। ਤੇ ਜੇ ਸਤਿਗੁਰੂ ਜੀ ਨੇ ਪਰਮਾਤਮਾ ਪਾਸ ਅਰਦਾਸ ਕੀਤੀ, ਫਿਰ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਤਾਰ। ਉਹਨਾਂ ਇਹ ਨਹੀਂ ਕਿਹਾ ਕਿ ਖਾਸ ਲੋਕਾਂ ਨੂੰ ਬਚਾ ਲੈ। ਪਰਮਾਤਮਾ ਸਮੁੱਚੇ ਜਗਤ ਦਾ ਸਾਂਝਾ ਹੈ, ਸਾਰਿਆਂ ਨੂੰ ਜੀ ਦਾਨ ਦੇ ਰਿਹਾ ਹੈ, ਸਾਰਿਆਂ ਦੇ ਜਿਉਂਦੇ ਰਹਿਣ ਲਈ ਉਹਨੇ ਪ੍ਰਬੰਧ ਬਣਾਇਆ ਹੋਇਆ ਹੈ। ਉਹਦੀ ਇਹ ਰੀਝ ਹੈ ਹਰ ਮਨੁੱਖ ਜ਼ਿੰਦਗੀ ਦੇ ਅੰਦਰ ਮਹਾਨ ਬਣੇ, ਖੁਸ਼ਹਾਲ ਹੋਵੇ, ਉੱਚਾ ਉੱਠੇ, ਔਰ ਇਸੇ ਕਰਕੇ ਏਡਾ ਵੱਡਾ ਸਿਸਟਮ ਪਰਮਾਤਮਾ ਨੇ ਬਣਾਇਆ। ਇਹ ਗੱਲ ਵੱਖਰੀ ਹੈ ਕਿ ਮਨੁੱਖੀ ਸਮਾਜ ਵਿੱਚ ਕੁਝ ਇਹੋ ਜਿਹੇ ਲੋਕ ਪੈਦਾ ਹੋ ਗਏ ਜਿਹੜੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਹੀ ਕਬਜ਼ੇ 'ਚ ਲੈਣਾ ਚਾਹੁੰਦੇ ਨੇ। ਹਵਾ ਰੱਬ ਨੇ ਬਣਾਈ ਹੈ ਤੇ ਬੰਦਾ ਸੋਚਦਾ ਮੇਰੀ ਕਾਬੂ 'ਚ ਆ ਜੇ, ਮੈਂ ਹੀ ਵੇਚਿਆ ਕਰਾਂ। ਪਾਣੀ ਰੱਬ ਨੇ ਬਣਾਇਆ, ਦੇਖੋ ਪਾਣੀ ਰੱਬ ਨੇ ਬਣਾਇਆ ਹੈ, ਲੇਕਿਨ ਬੰਦੇ ਨੇ ਪਾਣੀ ਤੇ ਕਾਬੂ ਕਰ ਲਿਆ। ਹੁਣ ਪਾਣੀ ਮੁੱਲ ਹੀ ਖਰੀਦ ਕੇ ਪੀਣਾ ਪਏਗਾ, ਹਾਲਾਂਕਿ ਰੱਬ ਦਾ ਬਣਾਇਆ ਪਾਣੀ ਹੈ। ਬੰਦੇ ਨੇ ਪਾਣੀ ਕਾਬੂ ਕਰ ਲਿਆ, ਹੁਣ ਹਵਾ ਵੀ ਕਾਬੂ ਕਰ ਲਈ ਕਿ ਹਵਾ ਦੀ ਤੁਹਾਨੂੰ ਲੋੜ ਹੈ ਤੇ ਮਗਰ ਤੁਰੇ ਫਿਰੋ। ਮਨੁੱਖ ਸਭ ਕੁਝ ਕਾਬੂ ਕਰਨ ਵਾਲੇ ਬੰਨੇ ਤੁਰਿਆ, ਦਰਿਆਵਾਂ ਤੇ ਕਾਬੂ ਪਾ ਲਿਆ, ਦਰਿਆਵਾਂ ਦੀ ਰੇਤ ਤੇ ਕਾਬੂ ਪਾ ਲਿਆ, ਪਹਾੜਾਂ ਤੇ ਕਾਬੂ ਪਾ ਲਿਆ। ਇਹ ਮਨੁੱਖ ਦੀ ਬਿਰਤੀ ਤਬਾਹੀ ਵਾਲੇ ਬੰਨੇ ਜਾ ਰਹੀ ਹੈ। ਇਹਦੇ ਵਿੱਚੋਂ ਤਬਾਹੀ ਪੈਦਾ ਹੁੰਦੀ, ਇਹ 'ਚੋਂ ਖੁਸ਼ਹਾਲੀ ਨਹੀਂ ਪੈਦਾ ਹੁੰਦੀ। ਇਹ ਜੋ ਕੁਝ ਮਨੁੱਖ ਕਰ ਰਿਹਾ ਹੈ, ਨਾ ਉਹ ਆਪ ਖੁਸ਼ਹਾਲ ਰਹਿੰਦੇ ਨੇ ਲੋਕ, ਤੇ ਨਾ ਦੂਜਿਆਂ ਨੂੰ ਖੁਸ਼ਹਾਲ ਕਰ ਸਕਦੇ ਨੇ। ਔਰ ਇਹ ਤੋਂ ਬਾਅਦ ਕੀ ਹੁੰਦਾ ਹੈ, ਫਿਰ ਕੁਦਰਤ ਆਪਣੀ ਡਿਊਟੀ ਨਿਭਾਉਂਦੀ ਹੈ, ਪ੍ਰਕਿਰਤੀ ਆਪਣੀ ਡਿਊਟੀ ਨਿਭਾਉਂਦੀ। ਮਤਾਂ ਇਹ ਸੋਚੀਏ ਕਿ ਪਹਾੜ ਡਿੱਗਦੇ ਜਾ ਰਹੇ, ਕੁਦਰਤ ਦੀ ਕੋਈ ਕਰੋਪੀ ਹੈ? ਕੁਦਰਤ ਦੀ ਤਾਂ ਕੋਈ ਕਰੋਪੀ ਨਹੀਂ ਹੈ। ਕੁਦਰਤ ਨੇ ਤੇ ਆਪਣੀ ਚਾਲ ਨਾਲ ਹੀ ਚੱਲਣਾ ਹੈ।
ਇਹ ਜੇ ਜੋ ਕੁਝ ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਉਹ ਮਨੁੱਖ ਦੇ ਕੰਮਾਂ ਦਾ ਰਿਜ਼ਲਟ ਨਿਕਲਦਾ। ਮਨੁੱਖ ਪਹਾੜ ਵੱਢ ਵੱਢ ਕੇ ਵੇਚੀ ਜਾਏ ਤੇ ਇਹ ਕੁਦਰਤੀ ਕਰੋਪੀ ਨਹੀਂ ਹੈ। ਉਦੋਂ ਤੇ ਮਨੁੱਖ ਸੋਚਦਾ ਮੈਂ ਬਹੁਤ ਵਧੀਆ ਕਰ ਰਿਹਾ, ਬਿਨਾਂ ਹੀ ਸੋਚਿਆ ਵੱਢੀ ਚਲਿਆ ਜਾਂਦਾ। ਜੰਗਲ ਵੱਢ ਵੱਢ ਕੇ ਵੇਚ ਦਿੱਤੇ, ਪਹਾੜ ਦਰਿਆ ਵੱਢ ਵੱਢ ਕੇ ਵੇਚ ਦਿੱਤੇ। ਜਿਸ ਸਮਾਜ ਦੇ ਦਰਿਆ ਹੀ ਵੱਢ ਕੇ ਵੇਚੇ ਜਾਣਗੇ ਉਹ ਸਮਾਜ ਕਿੰਨਾ ਕੁ ਵਧੀਆ ਹੋਏਗਾ। ਤੁਸੀਂ ਕਿੰਨਾ ਕੁ ਉਸ ਮੁਲਕ ਦੇ ਲੋਕਾਂ ਨੂੰ ਵਧੀਆ ਸਮਝੋਗੇ ਜਿਹੜੇ ਪਹਾੜਾਂ ਨੂੰ ਵੱਢ ਵੱਢ ਕੇ ਵੇਚੀ ਜਾਣਗੇ। ਪ੍ਰਦੇਸਾਂ ਦੀ ਖੁਸ਼ਹਾਲੀ ਦੀ ਗੱਲ ਆਉਂਦੀ ਹੈ, ਅਸੀਂ ਉਹਨਾਂ ਦੀ ਰੀਸ ਕਰਨਾ ਚਾਹੁੰਦੇ ਹਾਂ। ਪ੍ਰਦੇਸਾਂ 'ਚ ਤੇ ਇਹ ਗੱਲ ਨਹੀਂ ਦੇਖਣ ਨੂੰ ਮਿਲਦੀ। ਕਿਸੇ ਦਰਖਤ ਤੁਸੀਂ ਆਪਣੀ ਮਰਜ਼ੀ ਨਾਲ ਵੱਢ ਹੀ ਨਹੀਂ ਸਕਦੇ, ਭਾਵੇਂ ਤੁਹਾਡੇ ਘਰ 'ਚ ਵੀ ਕਿਉਂ ਨਹੀਂ ਹੈ, ਆਪਣੀ ਮਰਜ਼ੀ ਨਾਲ ਨਹੀਂ ਤੁਸੀਂ ਵੱਢ ਸਕਦੇ। ਇਹ ਥੋੜ੍ਹਾ ਜਿੰਨੇ ਮਰਜ਼ੀ ਵੱਢ ਦਿੱਤਾ। ਤੇ ਇੱਥੇ ਤੇ ਨਹਿਰਾਂ ਦੇ ਕੰਢੇ ਦਰਖਤ ਵੱਢੇ ਜਾਂਦੇ ਨੇ, ਸੜਕਾਂ ਦੇ ਬਹਾਨੇ ਦਰਖਤ ਵੱਢੇ ਜਾਂਦੇ ਨੇ, ਵੱਡੇ ਵੱਡੇ ਬੋਰਡ ਜਿਹੜੇ ਸੀ ਵੱਢ ਦਿੱਤੇ ਗਏ ਧਰਤੀ ਨੂੰ ਬਰਬਾਦ ਕਰਨ ਦਾ। ਉਹ 'ਚੋਂ ਮਿਲਿਆ ਕਿ 4 ਪੈਸੇ ਖੱਟ ਲਏ ਹੋਣਗੇ ਕਿਸੇ ਵਿਅਕਤੀ ਲਾਲਚੀ ਬੰਦੇ ਨੇ, ਲੇਕਿਨ ਧਰਤੀ ਬਰਬਾਦ ਕਰ ਦਿੱਤੀ। ਇਹ ਲੋਕ ਮਨੁੱਖਤਾ ਦੇ ਦੋਸ਼ੀ ਨੇ। ਇਹ ਲੋਕ ਜਿਹੜੇ ਪ੍ਰਕਿਰਤੀ ਦੇ ਨਾਲ ਛੇੜਛਾੜ ਕਰਦੇ ਨੇ ਮਨੁੱਖਤਾ ਦੇ ਦੋਸ਼ੀ ਨੇ, ਔਰ ਕੁਦਰਤ ਇਹਨਾਂ ਲੋਕਾਂ ਨੂੰ ਕਦੀ ਮਾਫ ਨਹੀਂ ਕਰੇਗੀ। ਜਿਹੜੇ ਮਨੁੱਖਤਾ ਦੇ ਦੋਸ਼ੀ ਨੇ ਕੁਦਰਤ ਉਹਨਾਂ ਨੂੰ ਕਦੀ ਮਾਫ ਨਹੀਂ ਕਰਦੀ ਹੁੰਦੀ। ਇਹ ਗੱਲ ਠੀਕ ਹੈ ਕਿ ਸਮਾਜ ਦੀਆਂ ਅੱਖਾਂ ਬੰਦ ਪਈਆਂ ਨੇ, ਸਮਾਜ ਅਵੇਅਰ ਨਹੀਂ ਹੈ। ਹਾਲਾਂਕਿ ਹਰ ਮਨੁੱਖ ਦੀ ਡਿਊਟੀ ਇਸ ਧਰਤੀ ਨੂੰ ਬਚਾਉਣਾ, ਪ੍ਰਕਿਰਤੀ ਨੂੰ ਬਚਾਉਣਾ, ਲੇਕਿਨ ਮਨੁੱਖ ਆਪਣੀ ਡਿਊਟੀ ਸਮਝਦਾ ਹੀ ਨਹੀਂ। ਧਰਮ ਦਾ ਅਰਥ ਕੀ ਸੀ? ਧਰਮ ਦਾ ਅਰਥ ਤਾਂ ਡਿਊਟੀ ਸੀ, ਫਰਜ਼ ਸੀ। ਧਰਮ ਦਾ ਅਰਥ ਹੈ ਫਰਜ਼, ਡਿਊਟੀ। ਰਾਜੇ ਦਾ ਧਰਮ ਕੀ ਹੈ? ਨਿਆਂ ਕਰਨਾ। ਰਾਜੇ ਚੂਲੀ ਨਿਯਮ ਕੀ ਰਾਜ ਕਰਨਾ ਰਾਜੇ ਦਾ ਧਰਮ ਹੈ। ਰਾਜੇ ਦਾ ਧਰਮ ਇਹ ਨਹੀਂ ਕਿ ਜੇ ਕਿਤੇ ਉਹ ਸਿੱਖਾਂ ਦੇ ਧਰਮ ਸਥਾਨ ਤੇ ਗਿਆ ਤੇ ਪੱਗ ਬੰਨ ਲਈ, ਮੁਸਲਮਾਨਾਂ ਦੇ ਗਿਆ ਤੇ ਟੋਪੀ ਪਾ ਲਈ, ਇਹ ਕੋਈ ਰਾਜੇ ਦਾ ਧਰਮ ਨਹੀਂ ਹੈ। ਇਹ ਰਾਜੇ ਦਾ ਧਰਮ ਨਹੀਂ। ਰਾਜੇ ਦਾ ਧਰਮ ਨਿਆਂ ਕਰਨਾ। ਮਨੁੱਖ ਦਾ ਧਰਮ ਹੈ ਧਰਤੀ ਤੇ ਰਹਿ ਕੇ ਇਸ ਧਰਤੀ ਨੂੰ ਆਬਾਦ ਰੱਖਣ ਦੇ ਲਈ ਸੰਘਰਸ਼ ਕਰਨਾ। ਮਨੁੱਖ ਦਾ ਧਰਮ ਕਿਤੇ ਵੀ ਨਹੀਂ ਪੈਸੇ ਇਕੱਠੇ ਕਰਨੇ, ਜਾਂ ਕਿਤੇ ਇਹ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਬਚਾ ਲਾਂ ਬਾਕੀ ਮਰਦੇ ਤੇ ਮਰੇ ਰਹਿਣ। ਇਹ ਧਰਮ ਨਹੀਂ ਹੈ ਮਨੁੱਖ ਦਾ। ਮਨੁੱਖ ਦਾ ਧਰਮ ਸੀ ਇਸ ਪ੍ਰਕਿਰਤੀ ਨੂੰ ਬਚਾਉਣਾ, ਧਰਤੀ ਨੂੰ। ਦੇਖੋ ਪ੍ਰਮਾਤਮਾ ਕਰਤਾ ਹੈ, ਉਹਨੇ ਧਰਤੀ ਬਣਾਈ ਹੈ, ਇਹ ਸਭ ਕੁਝ ਵਧੀਆ ਬਣਾਇਆ ਹੈ। ਇਹ ਸਭ ਕੁਝ ਜੋ ਵਧੀਆ ਹੈ ਇਹਨੂੰ ਹੋਰ ਵਧੀਆ ਬਣਾਉਣਾ ਇਹ ਮਨੁੱਖ ਦੀ ਡਿਊਟੀ ਸੀ। ਪਰਮਾਤਮਾ ਨੇ ਧਰਤੀ ਬਣਾਈ ਹੈ, ਇਸ ਧਰਤੀ ਤੇ ਕ੍ਰੀਏਸ਼ਨ ਜਾਂ ਸਿਰਜਣਾ ਮਨੁੱਖ ਨੇ ਕਰਨੀ ਸੀ। ਇਹ ਮਨੁੱਖ ਦੀ ਡਿਊਟੀ ਰੱਬ ਨੇ ਲਗਾਈ ਹੈ। ਹੁਣ ਅਸੀਂ ਕਿਸੇ ਦੀ ਡਿਊਟੀ ਲਗਾ ਦਈਏ ਕਿ ਇਹ ਕੰਮ ਤੈਨੂੰ ਦਿੱਤਾ ਮੈਂ ਆਪਣੇ ਵੱਲੋਂ ਜ਼ਿੰਮੇਵਾਰੀ, ਉਹ ਨਾ ਕਰੇ ਤੇ ਫਿਰ ਕੀ ਹੁੰਦਾ? ਆਪਾਂ ਕਹਿੰਦੇ ਆ ਕਿ ਇਹ ਬੰਦਾ ਆਪਣੀ ਡਿਊਟੀ ਨਹੀਂ ਨਿਭਾ ਸਕਿਆ। ਬਿਲਕੁਲ ਰੱਬ ਵੀ ਸੋਚਦਾ ਹੋਏਗਾ ਕਿ ਕਿਹੜੇ ਬੰਦੇ ਨੂੰ ਧਰਤੀ ਤੇ ਭੇਜ ਦਿੱਤਾ, ਜਿਹਨੂੰ ਧਰਤੀ ਦਾ ਹੀ ਨਹੀਂ ਪਤਾ ਕਿ ਧਰਤੀ ਕਿੰਨੀ ਮਹਾਨ ਹੈ, ਜਿਹਨੂੰ ਇਹ ਨਹੀਂ ਪਤਾ ਕਿ ਧਰਤੀ ਤੇ ਰਹਿਣਾ ਕਿੰਨਾ ਮਹਾਨ, ਜ਼ਿੰਦਗੀ ਕਿੰਨੀ ਮਹਾਨ ਹੈ। ਰੱਬ ਵੀ ਤੇ ਸੋਚਦਾ ਹੀ ਹੋਏਗਾ ਕਿ ਮਨੁੱਖ ਨੂੰ ਜ਼ਿੰਦਗੀ ਦਾ ਹੀ ਨਹੀਂ ਪਤਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪਰਮਾਤਮਾ ਦੇ ਗੁਣ ਗਾਓ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਹੈ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਸਿਰਫ ਚਿੱਟੇ ਕੱਪੜੇ ਪਾ ਕੇ ਮਾਲਾ ਫੇਰਨਾ ਨਹੀਂ ਹੈ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਇਹ ਹੈ ਕਿ ਉਸ ਪਰਮਾਤਮਾ ਦੇ ਪਿਆਰ 'ਚ ਜੁੜ ਕੇ ਦੁਖੀਆਂ ਦੇ ਦੁੱਖ ਦੂਰ ਕਰੋ। ਪਰਮਾਤਮਾ ਦੇ ਪਿਆਰ ਜੁੜ ਕੇ ਇਸ ਪ੍ਰਕਿਰਤੀ ਨੂੰ ਸੰਭਾਲਣ ਵਾਲੇ ਬੰਨੇ ਲੱਗੋ। ਪਰਮਾਤਮਾ ਦੇ ਪਿਆਰ ਜੁੜ ਕੇ ਇਸ ਧਰਤੀ ਤੇ ਰਹਿੰਦੇ ਹੋ, ਧਰਤੀ ਦੀ ਸੰਭਾਲ ਕਰੋ। ਇਹ ਹੈ ਪਰਮਾਤਮਾ ਦੇ ਗੁਣ ਗਾਉਣੇ। ਹੁਣ ਤੇ ਸਾਡੇ ਵੱਡੇ ਵੱਡੇ ਧਰਮ ਸਥਾਨਾਂ ਤੇ ਬੈਠੇ ਲੋਕ ਜਿਹੜੇ ਨੇ ਉਹ ਵੀ ਇਹੋ ਜਿਹੇ ਕੰਮ ਕਰੀ ਜਾਂਦੇ। ਤੁਸੀਂ ਦੇਖੋ ਨਾ, ਨਾਮ ਹੁੰਦਾ ਹੈ ਗੁਰੂ ਕਾ ਬਾਗ, ਗੁਰਦੁਆਰੇ ਦਾ, ਤੇ ਬੂਟਾ ਕੋਈ ਵੀ ਨਹੀਂ ਹੁੰਦਾ ਉੱਥੇ। ਕਹਿੰਦੇ 'ਚ ਬੜਾ ਸੋਹਣਾ ਗੁਰਦੁਆਰਾ ਬਣਾਇਆ, ਬੂਟਾ ਕੋਈ ਵੀ ਨਹੀਂ ਉੱਥੇ, ਨਾ ਗੁਰੂ ਕਾ ਬਾਗ। ਬਿਲਡਿੰਗਾਂ ਬਣਾਉਣ ਦੇ ਨਾਂ ਤੇ ਅਸੀਂ ਵੱਡੇ ਵੱਡੇ ਬੋਰਡ, ਵੱਡੇ ਵੱਡੇ ਬਾਗ ਹੀ ਵੱਢ ਦਿੱਤੇ ਕਿ ਕਹਿੰਦੇ ਅਸੀਂ ਬੜਾ ਧਰਮ ਕਮਾ ਰਹੇ ਹਾਂ। ਇਹ ਕੇਵਲ ਬਿਲਡਿੰਗਾਂ ਬਣਾਉਣਾ ਕੋਈ ਧਰਮ ਨਹੀਂ ਹੈ। ਧਰਮ ਤਾਂ ਸੀ ਇਸ ਧਰਤੀ ਨੂੰ ਆਬਾਦ ਰੱਖਣਾ, ਇਸ ਧਰਤੀ ਤੇ ਹਰਿਆਵਲ ਨੂੰ ਕਾਇਮ ਰੱਖਣਾ। ਪਰਮਾਤਮਾ ਜਿਹੜਾ ਹੈ ਉਹਦੇ ਗੁਣ ਗਾਉਣ ਦਾ ਅਰਥ ਇਹ ਹੈ ਕਿ ਜੋ ਕੰਮ ਪਰਮਾਤਮਾ ਕਰ ਰਹੇ ਹੋ ਅਸੀਂ ਕਰੀਏ। ਪਰਮਾਤਮਾ ਸਾਰੇ ਜੀਵਾਂ ਨੂੰ ਜੀ ਦਾਨ ਦੇ ਰਿਹਾ, ਅਸੀਂ ਵੀ ਸਾਰੇ ਜੀਵਾਂ ਦੀ ਜ਼ਿੰਦਗੀ ਦੀ ਸੰਭਾਲ ਦਾ ਧਿਆਨ ਰੱਖੀਏ ਕਿ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵਧੀਆ ਪਾਣੀ ਮਿਲ ਸਕੇ, ਉਹਨਾਂ ਨੂੰ ਵਧੀਆ ਹਵਾ ਮਿਲ ਸਕੇ, ਉਹਨਾਂ ਨੂੰ ਵਧੀਆ এনवायरमेंट ਮਿਲ ਸਕੇ। ਪਰ ਆਉਣ ਵਾਲੀਆਂ ਪੀੜ੍ਹੀਆਂ ਤੇ ਸਾਨੂੰ ਕਦੀ ਨਹੀਂ ਮਾਫ ਕਰਨਗੀਆਂ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਪਾਣੀ ਇਹੋ ਜਿਹਾ ਪੈਦਾ ਕਰ ਦਿੱਤਾ, ਬਣਾ ਦਿੱਤਾ ਕਿ ਜਿਹੜਾ ਹੈ ਹੀ ਰੋਗਾਂ ਦਾ ਘਰ ਹੈ, ਜਿਹੜਾ ਰੋਗ ਹੀ ਪੈਦਾ ਕਰਦਾ ਹੈ। ਹੋਰ ਪਾਣੀ ਨਹੀਂ ਹੈ ਕੋਈ ਹੁਣ ਧਰਤੀ ਤੇ ਰਹਿਣ ਦਾ। ਪਹਿਲੀ ਗੱਲ, ਪਾਣੀ ਸਾਡਾ ਇਸ ਖਿੱਤੇ 'ਚੋਂ ਤੇ ਵੈਸੇ ਵੀ ਮੁੱਕਦਾ ਹੀ ਚੱਲਿਆ ਜਾ ਰਿਹਾ। ਕੁਝ ਕੁ ਸਾਲਾਂ ਤੱਕ ਹੀ ਹੈ ਪਾਣੀ, ਅਸੀਂ ਅਵੇਅਰ ਨਹੀਂ ਹੈ, ਕੁਝ ਕੁ ਸਾਲਾਂ ਤੱਕ ਹੀ ਹੈ ਪਾਣੀ। ਨਹੀਂ ਤੇ ਜਿੰਨਾ ਡੂੰਘਾ ਲੈਵਲ ਚਲੇ ਗਿਆ ਪਾਣੀ ਦਾ, ਉਦੋਂ ਅੱਗੇ ਕੈਮੀਕਲ ਹੀ ਆ, ਪੀਵਾਂਗੇ ਤੇ ਆਪਾਂ ਮਰਾਂਗੇ। ਜਿੰਨਾ ਡੂੰਘਾ ਚਲੇ ਗਿਆ, 400 ਫੁੱਟ ਤੱਕ ਬੋਰ ਹੋਣੇ ਸ਼ੁਰੂ ਹੋ ਗਏ, ਉੱਥੇ ਵੀ ਮੋਟਰਾਂ ਖੁਸ਼ਕ ਹੋ ਰਹੀਆਂ ਨੇ। ਇਸ ਕਰਕੇ ਅਸੀਂ ਧਰਤੀ ਨੂੰ
ਆਬਾਦ ਕਰਨ ਦੀ ਬਜਾਏ ਬਰਬਾਦ ਕਰਨ ਵਾਲੇ ਬੰਨੇ ਤੁਰ ਪਏ। ਮਨੁੱਖ ਦਾ ਲਾਲਚ ਹੀ ਇੰਨਾ ਵੱਧ ਗਿਆ। ਇਹ ਲਾਲਚ ਵਿੱਚੋਂ ਸਭ ਕੁਝ ਹੈ ਨਾ, ਕਿ ਹੋਰ ਪਾਣੀ ਕੱਢ ਲਓ, ਹੋਰ ਫਸਲ ਪੈਦਾ ਹੋਏਗੀ, ਹੋਰ ਫਸਲ ਪੈਦਾ ਹੋਏਗੀ। 1 ਕਿਲੋ ਝੋਨੇ ਨੂੰ ਪੈਦਾ ਕਰਨ ਦੇ ਲਈ 5 ਟਨ ਪਾਣੀ ਲੱਗਦਾ। 1 ਕਿਲੋ ਚੌਲ ਪੈਦਾ ਕਰਨੇ ਹੈ ਤੇ 5 ਟਨ ਪਾਣੀ ਲੱਗਦਾ। ਤੁਸੀਂ ਆਪ ਸੋਚੋ ਕਿ ਕਿੰਨੇ ਟਨ ਪਾਣੀ ਜਿਹੜਾ ਹੈ ਧਰਤੀ ਦੇ ਹੇਠੋਂ ਕੱਢਿਆ ਜਾ ਰਿਹਾ, ਕੱਢਿਆ ਹੀ ਜਾ ਰਿਹਾ ਹੀ ਨਹੀਂ। ਆਪਾਂ ਧਰਤੀ ਤੇ ਪਹਿਲਾਂ ਪਾਣੀ ਅੰਦਰ ਵੀ ਜਾਂਦਾ ਸੀ, ਉਹ ਜਾ ਹੀ ਨਹੀਂ ਰਿਹਾ, ਉਹ ਬੰਦ ਕਰ ਦਿੱਤੇ ਸਾਧਨ ਅਸੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪਰਮਾਤਮਾ ਦੇ ਗੁਣ ਗਾਓ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਹੈ ਕਿ ਉਸ ਪਰਮਾਤਮਾ ਨੂੰ ਚੇਤੇ ਕਰਦਿਆਂ ਪਰਮਾਤਮਾ ਵਰਗੇ ਕੰਮ ਕਰੋ। ਜੇ ਪਰਮਾਤਮਾ ਵਰਗੇ ਕੰਮ ਕਰੋਗੇ ਤੁਹਾਡੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋਏਗਾ। ਉਹ ਦੇਖੋ ਪਰਮਾਤਮਾ ਸਾਰਿਆਂ ਨੂੰ ਜੀ ਦਾਨ ਦੇ ਰਿਹਾ ਹੈ, ਤੁਸੀਂ ਵੀ ਸਾਰਿਆਂ ਦੇ ਬਾਰੇ ਸੋਚੋ, ਸਰਬੱਤ ਦੇ ਭਲੇ ਦੀ ਗੱਲ ਕਰੋ, ਸਾਰਿਆਂ ਦੀ ਜ਼ਿੰਦਗੀ ਬਾਰੇ ਸੋਚੋ, ਕੇਵਲ ਆਪਣੀ ਜ਼ਿੰਦਗੀ ਬਾਰੇ ਨਾ ਸੋਚੋ। ਪਰਮਾਤਮਾ ਜਿਹੜਾ ਹੈ ਜੀ ਦਾਨ ਸਭ ਦੇਹ, ਸਾਰਿਆਂ ਨੂੰ ਜੀ ਦਾਨ ਦੇ ਰਿਹਾ ਹੈ, ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਕਿਤੇ ਉਹ ਕਿਸੇ ਪੱਖ ਤੋਂ ਕਮੀ ਨਹੀਂ ਰਹਿਣ ਦਿੰਦਾ। ਉਹ ਗੱਲ ਵੱਖਰੀ ਹੈ ਕਿ ਸਾਡੀਆਂ ਆਪਣੀਆਂ ਕਰਨੀਆਂ ਕਰਕੇ ਕਿਤੇ ਕੋਈ ਊਣਤਾ ਹੀ ਆ ਜਾਏ, ਲੇਕਿਨ ਪਰਮਾਤਮਾ ਵੱਲੋਂ ਕਿਤੇ ਕੋਈ ਕਮੀ ਨਹੀਂ ਹੈ। ਸਾਹਿਬ ਕਹਿੰਦੇ ਸਤ ਸਤ ਹਰ ਸਤ ਸੁਆਮੀ, ਸਤ ਸਾਧ ਸੰਗੇ ਹੋ। ਸਤਿਗੁਰੂ ਜੀ ਕਹਿੰਦੇ ਇਹ ਗੱਲ ਚੇਤੇ ਰੱਖਿਓ, ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। 3 ਵਾਰੀ ਸਤਿਗੁਰੂ ਜੀ ਨੇ 7 ਲਫ਼ਜ਼ ਵਰਤੇ ਹੈ। ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ, ਉਹੀ ਸੱਚ ਹੈ, ਉਹੀ ਸੱਚ ਹੈ। ਸਤ ਸਾਧ ਸੰਗੇਹੋ। ਅਗਲੀ ਗੱਲ ਹੈ ਜਿਹੜੀ ਸਾਧ ਸੰਗਤ ਹੈ। ਇਹ ਸਾਧ ਸੰਗਤ ਨੂੰ ਰੱਬ ਦਾ ਘਰ ਕਿਹਾ। ਗੁਰਬਾਣੀ ਕਹਿੰਦੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸਾਧ ਸੰਗਤ ਸਦਾ ਕਾਇਮ ਰਹਿਣ ਵਾਲੀ ਹੈ। ਇਹ ਸਾਧ ਸੰਗਤ ਇਹ ਨਹੀਂ ਹੈ ਕਿ ਇਕੱਲਾ ਗੁਰੂ ਨਾਨਕ ਸਾਹਿਬ ਜੀ ਦੇ ਹੀ ਸਮੇਂ ਤੋਂ ਸ਼ੁਰੂ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੇ ਮਨੁੱਖਤਾ ਨੂੰ ਧਰਮ ਸਮਝਾਇਆ ਕਿ ਧਰਮ ਹੈ ਕੀ ਹੈ। ਗੁਰੂ ਨਾਨਕ ਸਾਹਿਬ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ। ਅਸੀਂ ਬੜੇ ਵੱਡੇ ਭਰਮ ਚ ਕਿ ਸਤਿਗੁਰੂ ਜੀ ਨੇ ਕੋਈ ਨਵਾਂ ਧਰਮ ਚਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦਾ ਧਰਮ ਦੱਸਿਆ ਕਿ ਤੁਹਾਡਾ ਧਰਮ ਕੀ ਹੈ ਇਸ ਧਰਤੀ ਤੇ। ਚਲਾਇਆ ਨਹੀਂ, ਉਹ ਤੇ ਕੁਦਰਤ ਨਹੀਂ ਬਣਾਇਆ ਹੋਇਆ। ਸਿੱਖੀ ਜਿਹੜੀ ਹੈ ਇਹ ਤਾਂ ਅਕਾਲ ਪੁਰਖ ਦੇ ਵਾਹਿਗੁਰੂ ਦੇ ਹੁਕਮ ਚ ਹੈ। ਆਪਾਂ ਬਚਨ ਪੜ੍ਹਦੇ ਨਾ ਕਿ ਆਗਿਆ ਭਈ ਅਕਾਲ ਕੀ ਤभी ਚਲਾਇਓ ਪੰਥ। ਸਿੱਖੀ ਕੀ ਹੈ? ਸਿੱਖੀ ਦਾ ਅਰਥ ਹੈ ਰੱਬ ਦੀ ਰਜ਼ਾ ਚ ਰਹਿਣਾ। ਸਿੱਖੀ ਦਾ ਅਰਥ ਹੈ ਹੁਕਮ ਰਜ਼ਾਈ ਚੱਲਣਾ। ਹੁਣ ਜੇ ਸਿੱਖੀ ਨੂੰ ਸਮਝਣਾ ਹੋਏ, ਗੁਰਬਾਣੀ ਆਪਾਂ ਪੜਾਂਗੇ ਨਾ, ਗੁਰਬਾਣੀ ਚ ਇੱਕ ਥਾਂ ਤੇ ਬਚਨ ਹੈ ਕਿ ਧਰਤੀ ਪਾਣੀ ਆਕਾਸ਼ ਦੀ ਜੋ ਰਹਿਤ ਹੈ ਉਹ ਸਾਡੀ ਰਹਿਤ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਉਹੀ ਰਹਿਤ ਦਿੱਤੀ ਹੈ। ਧਰਤੀ ਦੀ ਰਹਿਤ ਕੀ ਹੈ? ਧੀਰਜ ਦੇ ਵਿੱਚ ਰਹਿਣਾ। ਹਵਾ ਦੀ ਰਹਿਤ ਕੀ ਹੈ? ਸਾਰਿਆਂ ਨਾਲ ਬਰਾਬਰ ਵਿਹਾਰ ਕਰਨਾ। ਸੂਰਜ ਦੀ ਰਹਿਤ ਕੀ ਹੈ? ਸਾਰਿਆਂ ਦੇ ਨਾਲ ਇੱਕੋ ਜਿਹਾ ਸਾਰਿਆਂ ਨੂੰ ਨਿੱਘ ਦੇਣਾ, ਚਾਨਣ ਦੇਣਾ। ਇਹ ਹੈ ਪ੍ਰਕਿਰਤੀ ਦੀ ਰਹਿਤ, ਇਹ ਹੈ ਪ੍ਰਮਾਤਮਾ ਦੀ ਰਹਿਤ। ਤੇ ਗੁਰਬਾਣੀ ਨੇ ਵੀ ਸਾਨੂੰ ਇਹੀ ਰਹਿਤ ਦਿੱਤੀ ਹੈ। ਜੇ ਕਹਿ ਸਕਦੇ ਕਿ ਜੋ ਸਿੱਖੀ ਦਾ ਮਾਰਗ ਹੈ ਇਹ ਕੋਈ ਬਣਾਉਟੀ ਨਹੀਂ ਹੈ ਕਿ ਤੁਸੀਂ ਇਦਾਂ ਕਰ ਲੋਗੇ ਤੇ ਸਿੱਖ ਬਣ ਜਾਓਗੇ, ਇਸ ਤਰੀਕੇ ਨਾਲ ਆਪਣੀ ਬਣਤਰ ਬਣਾ ਲੋਗੇ ਸਿੱਖ ਬਣਾਓਗੇ। ਸਿੱਖੀ ਦਾ ਮਾਰਗ ਬਣਾਉਟੀ ਨਹੀਂ ਹੈ। ਸਿੱਖੀ ਦਾ ਮਾਰਗ ਹੈ ਕਿ ਤੁਸੀਂ ਕੁਦਰਤ ਦੀ ਮਰਜ਼ਾਦਾ ਚ ਆ ਜਾਓ। ਸਰੀਰ ਨਾਲ ਕੋਈ ਛੇੜਛਾੜ ਨਾ ਕਰੋ। ਸਰੀਰ ਨਾਲ ਕੋਈ ਛੇੜਛਾੜ ਨਾ ਕਰੋ ਤੇ ਤੁਸੀਂ ਸਮਝੋ ਕਿ ਸਿੱਖ ਰੱਬ ਦੇ ਪਿਆਰ ਜੁੜ ਗਏ, ਰੱਬ ਦੀ ਰਜ਼ਾ ਚੱਲੋ। ਦੁਨੀਆ ਦੇ ਹੋਰ ਜਿੰਨੇ ਮਤ ਨੇ ਹੋ ਸਕਦਾ ਕਿਸੇ ਮਨੁੱਖ ਦੇ ਚਲਾਏ ਹੋਣ। ਇਹ ਤੁਸੀਂ ਕਰੋਗੇ ਤਾਂ ਮੁਸਲਮਾਨ ਬਣੋਗੇ, ਐਦਾਂ ਤੁਸੀਂ ਆਪਣੀ ਬਣਤਰ ਬਣਾਓਗੇ ਤਾਂ ਤੁਸੀਂ ਹਿੰਦੂ ਬਣੋਗੇ। ਆ ਜਿਹੜਾ ਕਹਿੰਦੇ ਨਾ ਸਿੱਖ ਹਿੰਦੂਆਂ ਚ ਨਿਕਲੇ, ਉਹਨਾਂ ਨੂੰ ਪਤਾ ਹੀ ਨਹੀਂ ਸਿੱਖ ਦੀ ਡੈਫੀਨੇਸ਼ਨ ਦਾ। ਉਹਨਾਂ ਲੋਕਾਂ ਨੂੰ ਪਤਾ ਨਹੀਂ ਹੈ ਸਿੱਖ ਕੋਈ ਸਿਰਫ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਨਹੀਂ ਹੈ। ਸਿੱਖ ਦਾ ਜੋ ਸਰੂਪ ਹੈ ਕੋਈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਨਹੀਂ ਹੈ। ਇਹ ਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤੀ ਇਹ ਗੱਲ। ਸਤਿਗੁਰੂ ਜੀ ਦਾ ਇੱਕ ਬਚਨ ਹੈ ਨਾ ਕਿ ਅਕਾਲ ਪੁਰਖ ਕੇ ਹੁਕਮ ਚੋਂ ਇਹ ਹੁਕਮ ਜਿਹੜਾ ਪ੍ਰਗਟ ਹੋਇਆ, ਸਹਿਜੇ ਪ੍ਰਗਟਿਓ ਖਾਲਸਾ। ਖਾਲਸਾ ਪ੍ਰਗਟ ਹੋਇਆ ਹੈ। ਖਾਲਸਾ ਜਿਹੜਾ ਹੈ ਜਨਮਿਆ ਨਹੀਂ ਹੈ ਜਾਂ ਇਹ ਬਣਾਇਆ ਨਹੀਂ ਗਿਆ। ਸਿੱਖੀ ਜਿਹੜੀ ਹੈ ਇਹ ਬਣਾਈ ਨਹੀਂ ਗਈ, ਕਿਸੇ ਮਨੁੱਖ ਦੀ ਬਣਤਰ ਨਹੀਂ ਹੈ ਜੇ ਇਹਨੂੰ ਮਨੁੱਖ ਖਤਮ ਕਰ ਦੇਵੇ। ਬੜੇ ਆਏ ਨੇ ਖਤਮ ਕਰਨ ਵਾਲੇ, ਹੁਣ ਵੀ ਬੜੇ ਦਾਅ ਪੇਚ ਲਾ ਰਹੇ, ਸ਼ਾਇਦ ਅਸੀਂ ਇਹ ਕਰ ਲਾਂਗੇ। ਕਈ ਅਣਜਾਣ ਬੇਅਕਲ ਲੋਕ ਕਹਿੰਦੇ ਜੇ ਇੰਨੇ ਸਾਲਾਂ ਤੱਕ ਤਾਂ ਸਿੱਖੀ ਖਤਮ ਹੋ ਜਾਣੀ ਹੈ, ਇੰਨੇ ਸਾਲਾਂ ਤੱਕ ਪੰਜਾਬੀ ਖਤਮ ਹੋ ਜਾਣੀ ਹੈ, ਜਿਵੇਂ ਉਹ ਆਪ ਹੀ ਰੱਬ ਬਣੇ ਬੈਠੇ ਹੁੰਦੇ ਨੇ। ਉਹਨਾਂ ਨੂੰ ਸਿੱਖੀ ਦੀ ਡੈਫੀਨੇਸ਼ਨ ਦਾ ਹੀ ਨਹੀਂ ਪਤਾ। ਉਹਨਾਂ ਲੋਕਾਂ ਨੂੰ ਸਿੱਖੀ ਦੀ ਡੈਫੀਨੇਸ਼ਨ ਹੈ ਰੱਬ ਦੀ ਰਜ਼ਾ ਚੱਲਣਾ। ਇਹ ਗੱਲ ਚੇਤੇ ਰੱਖਿਓ। ਜਿਉਂ-ਜਿਉਂ ਹਨੇਰਾ ਵੱਧਦਾ ਹੈ ਤਿਉਂ-ਤਿਉਂ ਸੂਰਜ ਦੀ ਮਹਾਨਤਾ ਵੱਧਦੀ ਹੈ। ਜਿਉਂ-ਜਿਉਂ ਇਹ ਕਮਲੇ ਲੋਕ ਵਧਣਗੇ ਧਰਤੀ ਤੇ ਸਿੱਖੀ ਤਿਉਂ-ਤਿਉਂ ਪ੍ਰਗਟ ਹੋਏਗੀ।
ਇਹ ਮੂਰਖ ਲੋਕ ਜਿਹੜੇ ਨੇ ਸਿੱਖੀ ਦੀ ਵਿਰੋਧਤਾ ਕਰਕੇ ਸਿੱਖੀ ਦੇ ਜਲਾਉ ਨੂੰ ਪ੍ਰਗਟ ਕਰ ਰਹੇ ਨੇ। ਪਿਛਲੇ ਸਾਲਾਂ ਤੋਂ ਤੁਸੀਂ ਦੇਖ ਲਿਆ, ਜਿੰਨੀ ਮਹਾਂਮਾਰੀ ਪਸਰੀ, ਉਹ ਜਿਹੜੇ ਕਹਿੰਦੇ ਸੀ ਬੜੀ ਤਰੱਕੀ ਕਰਾ ਲਈ ਸੀ ਮੁਲਕ ਦੀ, ਕਿੱਧਰ ਵੜ ਗਏ? ਕਮਰਿਆਂ ਚੋਂ ਹੀ ਨਹੀਂ ਸੀ ਬਾਹਰ ਨਿਕਲਦੇ। ਉਹਨਾਂ ਨੂੰ ਫੋਨ ਵੀ ਕਰੋ, ਕਹਿੰਦੇ ਅਸੀਂ ਨਹੀਂ ਬਾਹਰ ਨਿਕਲ ਸਕਦੇ। ਜਿਹੜੇ ਕਹਿੰਦੇ ਅਸੀਂ ਮਾਲਕ ਹਾਂ ਮੁਲਕ ਦੇ, ਅਸੀਂ ਲੋਕਾਂ ਨੂੰ ਚਲਾਉਂਦੇ ਹਾਂ, ਮੁਲਕ ਨੂੰ ਚਲਾਉਂਦੇ, ਉਹ ਘਰਾਂ ਤੋਂ ਹੀ ਨਹੀਂ ਬਾਹਰ ਨਿਕਲਦੇ, ਡਰਦੇ। ਲੇਕਿਨ ਉਦੋਂ ਘਰਾਂ ਤੋਂ ਕੌਣ ਬਾਹਰ ਨਿਕਲੇ? ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਸੀ। ਉਹ ਇਸ ਮੌਤ ਦੇ ਮੂੰਹ 'ਚ ਵੀ ਲੋਕਾਂ ਨੂੰ ਗਲਵਕੜੀਆਂ ਪਾ ਕੇ ਮਿਲ ਰਹੇ ਸਨ, ਲੋਕਾਂ ਦੀ ਭੁੱਖ ਦੂਰ ਕਰ ਰਹੇ ਸਨ। ਜਿਉਂ-ਜਿਉਂ ਹਨੇਰਾ ਵਧੇਗਾ, ਤਿਉਂ-ਜਿਉਂ ਚਾਨਣ ਦੀ ਮਹਾਨਤਾ ਵਧੇਗੀ, ਜਿਉਂ-ਜਿਉਂ ਇਹ ਧਰਤੀ ਤੇ ਕਮਲਪੁਣਾ ਵਧੇਗਾ, ਸਿੱਖੀ ਦੀ ਮਹਾਨਤਾ ਤਿਉਂ-ਤਿਉਂ ਹੀ ਵਧੇਗੀ। ਸਿੱਖੀ ਨੂੰ ਲੋਕੀ ਤਿਉਂ-ਤਿਉਂ ਪ੍ਰਾਪਤ ਕਰਨ ਦੇ ਲਈ ਉਤਾਵਲੇ ਹੋਣਗੇ। ਔਰ ਇਹ ਬਲੀਵ ਕਰੋ, ਜੇ ਤੁਸੀਂ ਰਿਜ਼ਲਟ ਕੱਢੋਗੇ ਨਾ, ਪਿਛਲੇ 1.5 ਸਾਲਾਂ 'ਚ ਸਿੱਖੀ ਦਾ ਗ੍ਰਾਫ ਕਿੰਨਾ ਉੱਚਾ ਹੋਇਆ। ਪਿਛਲੇ 1.5 ਸਾਲਾਂ 'ਚ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਿੰਨੇ ਲੋਕਾਂ ਤੱਕ ਪਹੁੰਚੀ। ਜੋ ਇਹਨੂੰ ਤੱਕ ਇਹ ਗੱਲ ਆ ਗਈ ਕਿ ਹਰ ਨਗਰ 'ਚ ਹੀ ਗੁਰਦੁਆਰਾ ਹੋਣਾ ਚਾਹੀਦਾ ਜਿਹੜਾ ਭੁੱਖਿਆਂ ਨੂੰ ਰੋਟੀ ਦੇ ਸਕੇ। ਇਹ ਗੱਲ ਤਾਂ ਸਾਰੇ ਮੁਲਕਾਂ ਨੇ ਪ੍ਰਵਾਨ ਕਰ ਲਈ। ਵੱਡੇ ਵੱਡੇ ਕੰਟਰੀਆਂ ਨੇ ਫਿਰ ਸਨਮਾਨੀਆਂ ਗੁਰੂ ਘਰਾਂ ਨੂੰ ਕਿ ਇਹਨਾਂ ਗੁਰਦੁਆਰਿਆਂ ਕਰਕੇ ਲੋਕ ਬਚੇ ਰਹਿ ਗਏ ਨੇ ਤੇ ਭੁੱਖੇ ਹੀ ਮਰ ਜਾਣੇ ਸੀ। ਇਹ ਹੈ ਕੁਦਰਤ ਕਈ ਵਾਰੀ ਆਪਣੇ ਰੰਗ ਪ੍ਰਗਟ ਕਰਦੀ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਸਿੱਖੀ ਜਿਹੜੀ ਹੈ ਇਹ ਆਦਿ ਕਾਲ ਤੋਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਇਹ ਜਿਹੜੇ ਲੋਕ ਹੁਣ ਰੌਲਾ ਪਾਉਂਦੇ, ਇਹਨਾਂ ਦੀ ਤੇ ਉਮਰ ਹੀ ਬੜੀ ਥੋੜੀ ਜਿਹੀ ਹੈ, ਹਜ਼ਾਰਾਂ ਵਰ੍ਹਿਆਂ ਤੱਕ ਹੈ। ਇਹ ਕੋ ਸ਼ੁਰੂ ਤੋਂ ਨਹੀਂ ਹੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਾਡਾ ਮੱਤ ਪੁਰਾਣਾ ਹੈ। ਇਹ ਬੜੀ ਅਗਿਆਨਤਾ 'ਚ ਨੇ। ਸਿੱਖੀ ਦਾ ਮਾਰਗ, ਰੱਬ ਦੀ ਰਜ਼ਾ ਚੱਲਣ ਦਾ ਮਾਰਗ, ਇਹ ਆਦਿ ਕਾਲ ਤੋਂ ਹੀ ਹੈ। ਮੈਂ ਬੇਨਤੀ ਕਰ ਰਿਹਾ ਕਿ ਸਾਧ ਸੰਗਤ ਸਤ ਹੈ। ਸਾਧ ਸੰਗਤ ਦੀ ਗੱਲ ਕੋਈ ਕੇਵਲ ਗੁਰੂ ਨਾਨਕ ਸਾਹਿਬ ਜੀ ਤੋਂ ਨਹੀਂ ਚੱਲੀ, ਉਹ ਤੇ ਸਤਿਗੁਰੂ ਜੀ ਨੇ ਉਜਾਗਰ ਕੀਤੀ ਹੈ, ਸਤਿਗੁਰੂ ਜੀ ਨੇ ਪ੍ਰਗਟ ਕੀਤੀ ਹੈ। ਹੁਣ ਪਹਿਲੇ ਜਿਹੜੇ ਭਗਤ ਹੋਏ ਨੇ, ਧਰੂ ਭਗਤ ਹੋਇਆ ਹੈ, ਪ੍ਰਹਿਲਾਦ ਭਗਤ ਹੋਏ, ਉਹ ਵੀ ਸਾਧ ਸੰਗਤ ਕਰਦੇ ਸਨ। ਉਹ ਵੀ ਸਤ ਸੰਗਤ ਨੇ ਰੱਬ ਦੇ ਪਿਆਰ ਵਿੱਚ ਜੁੜਦੇ ਸਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਨਾਮ ਸਤ ਹੈ, ਸਾਧ ਸੰਗਤ ਸਤ ਹੈ, ਤਿੰਨਾਂ ਕਾਲਾਂ ਦੇ ਵਿੱਚ। ਅਗਲੀ ਗੱਲ ਸਤਿਗੁਰੂ ਜੀ ਨੇ ਕਹੀ ਹੈ ਕਿ ਜਿੱਥੇ ਨਾਮ ਸਤ ਹੈ ਉੱਥੇ ਸਾਧ ਸੰਗ ਸਨੇਹੋ, ਸਤ ਸਤ ਤੇ ਜਨ ਜਿਨ ਪ੍ਰਤੀਤ ਉਪਜੀ, ਨਾਨਕ ਨੈ ਪਰਮੇਹੋ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਮਨ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਉਹ ਵੀ ਸਦਾ ਕਾਇਮ ਰਹਿਣ ਵਾਲੇ ਹੋ ਜਾਂਦੇ ਨੇ, ਸਦਾ ਲਈ ਜਿਉਂਦੇ ਹੋ ਜਾਂਦੇ ਨੇ। ਹਰ ਮਨੁੱਖ ਦੇ ਮਨ ਅੰਦਰ ਇਹ ਰੀਝ ਹੈ ਕਿ ਮੈਂ ਧਰਤੀ ਤੇ ਸਦਾ ਹੀ ਜਿਉਂਦਾ ਰਵਾਂ। ਚਲੋ ਜੇ ਸਦਾ ਨਹੀਂ ਤੇ ਬਹੁਤਾ ਚਿਰ ਤੇ ਜਿਉਂਦਾ ਹੀ ਰਵਾਂ। ਔਰ ਜਿੰਨੇ ਅਸੀਂ ਯਤਨ ਕਰਦੇ ਇਸੇ ਕਰਕੇ ਆ ਨਾ ਕਿ ਸਾਡੀ ਜ਼ਿੰਦਗੀ ਕਿਤੇ ਮੁੱਕ ਨਾ ਜਾਏ, ਅਸੀਂ ਸਦਾ ਜਿਉਂਦੇ ਰਹੀਏ, ਲੰਮਾ ਚਿਰ ਜੀਈਏ। ਔਰ ਆਪਾਂ ਆਮ ਜਿਹੜੀਆਂ ਅਸੀਸਾਂ ਵੀ ਬਣਾਈਆਂ, ਤੂੰ ਜੁਗ ਜੁਗ ਜੀਓ, ਜਵਾਨੀਆਂ ਮਾਣੋ, ਤੁਹਾਡੀਆਂ ਵੱਡੀਆਂ ਉਮਰਾਂ ਹੋਣ, ਲੰਮੀਆਂ ਉਮਰ ਹੋਣ, ਇਹੋ ਜਿਹੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਮਨੁੱਖ ਦੀ ਇਹ ਲਾਲਸ ਹੈ ਕਿ ਮੈਂ ਸਦਾ ਹੀ ਧਰਤੀ ਤੇ ਜਿਉਂਦਾ ਰਵਾਂ। ਤੇ ਗੁਰਬਾਣੀ ਕਹਿੰਦੀ ਜਿਉ ਸਕਦਾ ਬੰਦਾ, ਇਹਨੂੰ ਹੱਕ ਹੈ ਜਿਉਣ ਦਾ, ਜਿਉ ਸਕਦਾ। ਪਰ ਜਿੱਦਾਂ ਅਸੀਂ ਜਿਉਣਾ ਚਾਹੁੰਦੇ ਉਹ ਨਹੀਂ ਕਿ ਲੋਕਾਂ ਨੂੰ ਲੁੱਟ ਲਓ, ਅਸੀਂ ਵੱਡੇ ਰਾਜੇ ਬਣ ਜਾਈਏ, ਜਿਉਂਦੇ ਰਵਾਂਗੇ, ਬਹੁਤਾ ਖਾ ਲਏ ਜਿਉਂਦੇ ਰਵਾਂਗੇ, ਬਹੁਤ ਧਨ ਹੋਏਗਾ, ਰਾਜ ਹੋਏਗਾ, ਜਿਉਂਦੇ ਰਵਾਂਗੇ। ਇਹ ਜੀਵਨ ਨਹੀਂ ਹੈ, ਉਹ ਤੇ ਜ਼ਿੰਦਗੀ ਖਤਮ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਸਦਾ ਉਹ ਜਿਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਹੈ। ਹੁਣ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਹੈ ਉਹ ਕਦੋਂ ਜਿਉਂਦੇ ਰਹਿੰਦੇ ਨੇ? ਉਹ ਮਨੁੱਖਤਾ ਦੀ ਸੇਵਾ ਕਰਦੇ ਨੇ। ਜਿਹੜੇ ਮਨੁੱਖਤਾ ਨੂੰ ਸਮਰਪਿਤ ਹੋ ਜਾਂਦੇ ਨੇ, ਜਿਹੜੇ ਰੱਬ ਦੇ ਪਿਆਰ 'ਚ ਸਮਰਪਿਤ ਹੋ ਜਾਂਦੇ ਨੇ, ਉਹਨਾਂ ਨੂੰ ਤੇ ਦੁਨੀਆ ਕਦੀ ਮਰਨ ਹੀ ਨਹੀਂ ਦਿੰਦੀ। ਹੁਣ ਗੁਰੂ ਨਾਨਕ ਸਾਹਿਬ ਜੀ ਸਦਾ ਹੀ ਇਸ ਧਰਤੀ ਤੇ ਰਹਿਣਗੇ। ਇੱਕ ਵਿਦਵਾਨ, ਹਿੰਦੂ ਵਿਦਵਾਨ ਬੜਾ ਸੋਹਣਾ ਲਿਖਦਾ ਹੈ ਕਿ ਹੋਰ ਜਿੰਨੇ ਅਵਤਾਰ ਪੀਰ ਪੈਗੰਬਰ ਆਏ ਤੇ ਚਲੇ ਗਏ, ਪਰ ਗੁਰੂ ਨਾਨਕ ਸਾਹਿਬ ਜੀ ਆਏ ਇੱਥੇ ਹੀ ਰਹਿ ਗਏ। ਗੁਰੂ ਨਾਨਕ ਸਾਹਿਬ ਜੀ ਸਦਾ ਧਰਤੀ ਤੇ ਰਹਿਣਗੇ ਕਿਉਂਕਿ ਉਹਨਾਂ ਨੇ ਗੱਲ ਹੀ ਮਨੁੱਖਤਾ ਦੀ ਕੀਤੀ ਹੈ। ਜਿੱਥੇ ਸਤਿਗੁਰੂ ਜੀ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਧਰਤੀ ਤੇ ਪ੍ਰਮਾਤਮਾ ਦੀ ਵਡਿਆਈ ਰਹੇਗੀ। ਹੁਣ ਪ੍ਰਮਾਤਮਾ ਸਦਾ ਜਿਉਂਦਾ ਹੈ। ਪ੍ਰਮਾਤਮਾ ਸਾਨੂੰ ਦਿਖਦਾ ਤਾਂ ਨਹੀਂ ਨਾ, ਪ੍ਰਮਾਤਮਾ ਦਾ ਆਕਾਰ ਤੇ ਕੋਈ ਨਹੀਂ ਨਾ, ਪਰ ਪ੍ਰਮਾਤਮਾ ਸਦਾ ਜਿਉਂਦਾ ਹੈ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪ੍ਰਮਾਤਮਾ ਸਦਾ ਜਿਉਂਦਾ ਹੈ। ਪਰਮਾਤਮਾ ਦੀ ਇਹ ਸਤ ਸੰਗਤ ਸਦਾ ਜਿਉਂਦੀ ਰਹਿਣੀ, ਇਹ ਸਦਾ ਕਾਇਮ ਰਹਿਣੀ ਹੈ। ਸਤ ਸੰਗਤ ਰਾਹੀਂ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਉਹ ਸਦਾ ਲਈ ਜਿਉਂਦੇ ਰਹਿਣੇ ਨੇ। ਦੁਨੀਆ ਉਹਨਾਂ ਨੂੰ ਕਦੀ ਮਰਨ ਹੀ ਨਹੀਂ ਦਿੰਦੀ, ਉਹ ਸਦਾ ਲਈ ਜਿਉਂਦੇ ਰਹਿੰਦੇ ਨੇ, ਲੋਕਾਂ ਦੇ ਮਨਾਂ ਅੰਦਰੋਂ ਜਿਉਂਦੇ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਤੁਸੀਂ ਵੀ ਜੇ ਪ੍ਰਮਾਤਮਾ ਦਾ ਜਸ ਕਰੋਗੇ, ਕੀਰਤੀ ਕਰੋਗੇ, ਤੁਹਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਪ੍ਰਗਟ ਹੋਏਗਾ। ਆਨੰਦ ਮੰਗਲ ਗਾਓ ਹਰ ਜਸ,
ਪੂਰਨ ਪ੍ਰਗਟਿਓ ਨੇਹੋ। ਜਿਵੇਂ ਧਰਤੀ ਤੇ ਮੀਂਹ ਪੈਂਦਾ ਸਾਰੇ ਥਾਵਾਂ ਤੇ, ਇਵੇਂ ਤੁਸੀਂ ਪ੍ਰਮਾਤਮਾ ਦੇ ਗੁਣ ਗਾਓ ਤੁਹਾਡੇ ਅੰਦਰ ਆਨੰਦ, ਚਾਓ, ਖੇੜਾ ਪੈਦਾ ਹੋਏਗਾ। ਪਰਮਾਤਮਾ ਦੇ ਗੁਣ ਗਾਓਗੇ ਤੁਹਾਡੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋਏਗਾ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਜੇ ਪਰਮਾਤਮਾ ਸਦਾ ਜਿਉਂਦਾ ਰਹਿਣ ਵਾਲਾ ਹੈ, ਪਰਮਾਤਮਾ ਦੇ ਪਿਆਰੇ ਵੀ ਸਦਾ ਲਈ ਜਿਉਂਦੇ ਰਹਿੰਦੇ ਨੇ, ਪਰਮਾਤਮਾ ਦੀ ਸੰਗਤ ਵੀ ਸਦਾ ਕਾਇਮ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਸਰਬ ਵਿਆਪਕ ਹੈ। ਐਵੇਂ ਕਿਤੇ ਪਰਮਾਤਮਾ ਨੂੰ ਲੱਭਣ ਲਈ ਇੱਧਰ ਉੱਧਰ ਨਾ ਭੱਜੇ ਫਿਰੋ ਕਿ ਘਰ ਛੱਡ ਕੇ ਜੰਗਲਾਂ 'ਚ ਮਿਲ ਜਾਏਗਾ, ਜਾਂ ਉਹ ਦੱਖਣ ਵਿੱਚ ਹੈ ਜਾਂ ਪੱਛਮ ਵਿੱਚ ਹੈ। ਸਤਿਗੁਰੂ ਜੀ ਨੇ ਬਚਨ ਕਿ ਕਾਹਿਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਈ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਬਾਹਰ ਕਾਹਨੂੰ ਲੱਭਣ ਲਈ ਜਾਂਦੇ ਹੋ? ਸਤਿਗੁਰੂ ਜੀ ਕਹਿੰਦੇ ਓਨ ਥਾਉ ਨਾ ਕਿਓ, ਕੋਈ ਥਾਂ ਖਾਲੀ ਨਹੀਂ ਹੈ ਪ੍ਰਮਾਤਮਾ ਤੋਂ ਬਿਨਾਂ, ਉਹ ਸਾਰੇ ਹਿਰਦਿਆਂ 'ਚ ਰਮਿਆ ਹੋਇਆ ਹੈ। ਉਹ ਪ੍ਰਮਾਤਮਾ ਦੀ ਅਗਲੀ ਗੱਲ ਇਹ ਹੈ ਕਿ ਉਹ ਦਿਆਲੂ ਹੈ, ਬੜਾ ਕਿਰਪਾ ਦਾ ਘਰ ਹੈ, ਉਹ ਸਾਰੀ ਧਰਤੀ ਦਾ ਮਾਲਕ ਹੈ, ਸਰਵ ਵਿਆਪਕ ਹੈ, ਉਹ ਸਾਰਿਆਂ ਨੂੰ ਜੀਦਾਨ ਦੇ ਰਿਹਾ ਹੈ। ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਜੀਦਾਨ ਦੇ ਰਿਹਾ ਹੈ, ਜਦੋਂ ਤੁਸੀਂ ਉਹਦੇ ਪਿਆਰ 'ਚ ਜੁੜੋਗੇ ਤੁਹਾਨੂੰ ਇੱਕ ਇਹੋ ਜਿਹਾ ਜੀਵਨ ਦੇਵੇਗਾ। ਗੁਰਬਾਣੀ ਨੇ ਕਿਹਾ ਜੀਵਤ 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 ਰਹੋ, ਸਦਾ ਲਈ ਜਿਉਂਦੇ ਹੋ ਜਾਓਗੇ, ਤੁਹਾਡੀ ਵਡਿਆਈ ਸਦਾ ਲਈ ਕਾਇਮ ਹੋ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਪ੍ਰੇਰਣਾ ਕਰਦੇ ਆ, ਇੱਕ ਮੀਂਹ ਦੀ ਉਦਾਹਰਨ ਦਿੰਦੇ ਆ ਕਿ ਜਿਵੇਂ ਮੀਂਹ ਸਾਰੇ ਥਾਵਾਂ ਤੇ ਪੈਂਦਾ ਹੈ, ਜੇ ਅਸੀਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਤੇ ਪ੍ਰਮਾਤਮਾ ਦੀ ਮਿਹਰ ਦੀ ਵਰਖਾ ਸਾਡੇ ਅੰਦਰ ਹੋਏਗੀ, ਅਸੀਂ ਅੰਦਰੋਂ ਭਰਪੂਰ ਹੋ ਜਾਵਾਂਗੇ ਹਰ ਬਖਸ਼ਿਸ਼ ਦੇ ਨਾਲ, ਹਰ ਬਰਕਤ ਦੇ ਨਾਲ, ਹਰ ਖੁਸ਼ੀ ਦੇ ਨਾਲ, ਹਰ ਆਨੰਦ ਦੇ ਨਾਲ। ਜਦੋਂ ਸਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਸਤਿਗੁਰੂ ਜੀ ਕਹਿੰਦੇ ਫਿਰ ਆਪਾਂ ਇਸ ਧਰਤੀ ਤੇ ਸਦਾ ਲਈ ਕਾਇਮ ਹੋ ਜਾਵਾਂਗੇ। ਇਹ ਸਰੀਰਕ ਜੀਵਨ ਤਾਂ ਇੱਕ ਉਹ ਜ਼ਿੰਦਗੀ ਮੰਨਣ ਲਈ ਆਇਆ ਸੀ। ਇਹ ਸਰੀਰ ਤਾਂ ਸਦਾ ਨਹੀਂ ਕਾਇਮ ਰਹਿਣਾ ਕਿਸੇ ਦਾ, ਨਾ ਰਿਹਾ ਨਾ ਰਹਿਣਾ। ਪਰ ਇਹ ਸਰੀਰ ਇਸ ਲਈ ਨਹੀਂ ਸੀ ਕਿ ਅਸੀਂ ਜੰਮੇ ਹਾਂ ਤੇ ਮਰ ਜਾਣਾ, ਮਰ ਜਾਣ ਲਈ ਨਹੀਂ ਸੀ ਆਪਾਂ ਆਏ। ਆਪਾਂ ਨੂੰ ਸਰੀਰ ਇਸ ਲਈ ਮਿਲਿਆ ਸੀ ਕਿ ਇਸ ਸਰੀਰ 'ਚ ਰਹਿੰਦੇ ਹੋਇਆਂ ਅਸੀਂ ਸਦਾ ਲਈ ਜਿਉਂਦੇ ਹੋ ਸਕੀਏ। ਜਿੱਥੇ ਸਤਿਗੁਰੂ ਜੀ ਨੇ ਕਿਹਾ ਨਾ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਇਹ ਸਰੀਰ ਮਿਲਿਆ ਸੀ ਸਦਾ ਲਈ ਜਿਉਂਦੇ ਰਹਿਣ ਦੇ ਲਈ, ਅਸੀਂ ਸਦਾ ਲਈ ਜਿਉਂਦੇ ਰਹੀਏ, ਪਰ ਸਦਾ ਲਈ ਜਿਉਂਦੇ ਤਾਂ ਰਵਾਂਗੇ ਜੇ ਪ੍ਰਮਾਤਮਾ ਦੇ ਪਿਆਰ ਜੁੜਾਂਗੇ। ਸਤਿਗੁਰੂ ਜੀ ਮਿਹਰ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਣ ਦੀ ਖਿਮਾ, ਗਰੀਬ ਨਿਵਾਜ ਸਤਿਗੁਰੂ ਜੀ ਸਮੂਹ ਸੰਗਤ ਨੂੰ ਆਪਣੇ ਦਰੋਂ ਕਰੋ। ਨਾਮ ਬਾਣੀ ਦਾ ਪਿਆਰ ਬਖਸ਼ਣ ਜੀ, ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।